ਭੈਰੋਂ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਗੁਰ ਮੇਲਾ ਤਿਆਗਿਓ ਦੂਜਾ ਪਾਓ। ਇਹ ਭਾਈ ਜਿਸ ਮਨੁੱਖ ਨੇ ਸਤਿਗੁਰਾਂ ਨਾਲ ਮਿਲ ਕੇ ਆਪਣੇ ਅੰਦਰੋਂ ਦਵੈਤ ਭਾਵ ਨੂੰ ਤਿਆਗਣਾ ਕੀਤਾ ਹੈ। ਗੁਰਮੁਖ ਜਪਿਓ ਹਰ ਕਾ ਨਾਮ। ਜਿਸ ਨੇ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਪਰਮਾਤਮਾ ਦਾ ਨਾਮ ਜਪਣਾ ਕੀਤਾ ਹੈ। ਬਿਸਰੀ ਚਿੰਤਾ ਨਾਮ ਰੰਗ ਲਗਾ। ਉਸ ਦੇ ਅੰਦਰੋਂ ਸਾਰੀ ਚਿੰਤਾ, ਚਿੱਤ ਦੀ ਬੇਹਬਲਤਾ ਵਾਲੀ ਹਾਲਤ ਇਹ ਵਿਸਰ ਜਾਂਦੀ ਹੈ ਅਤੇ ਨਾਮ ਦੇ ਵਿੱਚ ਪ੍ਰੇਮ ਲੱਗ ਜਾਂਦਾ ਹੈ। ਜਨਮ ਜਨਮ ਕਾ ਸੋਇਆ ਜਾਗਾ। ਉਹ ਜਨਮਾਂ ਜਨਮਾਤਰਾਂ ਦਾ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ। ਗੁਰਮੁਖ ਜਾਗ ਰਹੇ ਚੌਕੀ ਅਭਿਮਾਨੀ ਰਾਮ ਪਿੰਨੀ ਰੈਣੜੀਐ ਚਾ ਮੱਖਣ ਤਾਰੇ। ਜਗ ਹੈ ਸੰਤ ਜਨ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਗ ਹੈ ਨਾਮ ਸਿਮਰ ਹੈ ਅਨ ਦਿਨੋ। ਕਰ ਕਿਰਪਾ ਆਪਣੀ ਸੇਵਾ ਲਾਏ। ਪਰਮਾਤਮਾ ਆਪਣੀ ਕਿਰਪਾ ਮਿਹਰ ਕਰਕੇ ਜਿਸ ਨੂੰ ਆਪਣੀ ਸੇਵਾ ਟਹਿਲ ਭਗਤੀ ਵਿੱਚ ਲਾਉਣਾ ਕਰਦਾ ਹੈ। ਸਾਧੂ ਸੰਗ ਸਰਬ ਸੁਖ ਪਾਏ। ਉਹ ਸ੍ਰੇਸ਼ਟ ਮਹਾਤਮਾ ਜਨਾਂ ਨਾਲ ਮਿਲ ਕੇ ਭਾਵ ਉਹਨਾਂ ਦੀ ਸੰਗਤ ਕਰਕੇ ਸਭ ਪ੍ਰਕਾਰ ਦੇ ਸੁਖ ਪਾ ਲੈਂਦਾ ਹੈ। ਰਹਾਉ ਸਰਬ ਸੁਖ ਹਰ ਹਰ ਗੁਣ ਗਾਏ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਰੋਗ ਦੋਖਾ ਗੁਰ ਸ਼ਬਦ ਨਿਵਾਰੇ। ਜਿਸ ਮਨੁੱਖ ਨੇ ਗੁਰਾਂ ਦੇ ਉਪਦੇਸ਼ ਦੁਆਰਾ ਹੰਕਾਰ ਆਦਿਕ ਰੋਗ ਅਤੇ ਸ਼ਬਦ ਸਪਰਸ਼ ਰੂਪ ਦੋਖ ਇਹ ਨਿਵਰਤ ਕੀਤੇ ਹਨ। ਨਾਮ ਔਖਦ ਮਨ ਭੀਤਰ ਸਾਰੇ। ਜਿਸ ਨੇ ਨਾਮ ਰੂਪ ਦਵਾਈ ਆਪਣੇ ਮਨ ਦੇ ਵਿੱਚ ਸਾਰੇ ਸੰਭਾਲਣਾ ਕੀਤੀ ਹੈ। ਗੁਰ ਭੇਟਤਾ ਮਨ ਭਇਆ ਆਨੰਦ। ਗੁਰਾਂ ਨੂੰ ਮਿਲ ਕਰਕੇ ਉਸ ਦੇ ਮਨ ਹਿਰਦੇ ਵਿੱਚ ਸਦਾ ਹੀ ਆਨੰਦ ਸੁਖ ਪ੍ਰਾਪਤ ਹੋਇਆ ਹੈ। ਸਰਬ ਨਿਦਾਨ ਨਾਮ ਭਗਵੰਤਾ। ਕਿਉਂਕਿ ਉਸ ਨੂੰ ਸਾਰੇ ਖਜ਼ਾਨਿਆਂ ਨੂੰ ਦੇਣ ਵਾਲਾ ਪਰਮਾਤਮਾ ਦਾ ਨਾਮ ਪ੍ਰਾਪਤ ਹੋਇਆ ਹੈ। ਜਨਮ ਮਰਨ ਕੀ ਮਿਟੀ ਜਮ ਤਰਾਸ। ਉਸ ਦੀ ਜੰਮਣ ਮਰਨ ਦੀ ਪੀੜ ਅਤੇ ਯਮਾਂ ਦੀ ਖੌਫਦਾਈ ਮਿਟ ਗਈ ਹੈ। ਸਾਧ ਸੰਗਤ ਊਂਦ ਕਮਲ ਵਿਗਾਸ। ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਉਸ ਦਾ ਉਲਟਾ ਹਿਰਦਾ ਰੂਪੀ ਕਮਲ ਖਿੜ ਗਿਆ ਹੈ। ਭਾਵ ਜੋ ਪਰਮਾਤਮਾ ਤੋਂ ਬੇਮੁਖ ਹੋਣਾ ਇਹ ਕਮਲ ਦਾ ਮੁੱਦਾ ਹੋਣਾ ਹੈ। ਅਰਥਾਤ ਵਿਦਿਆ ਰੂਪ ਰਾਤ ਕਰਕੇ ਹਿਰਦਾ ਰੂਪ ਕਮਲ ਬੇਮੁਖ ਹੋਣ ਰੂਪ ਉਲਟਾ ਹੋਇਆ ਪਿਆ ਹੈ। ਜੋ ਸਾਧ ਸੰਗਤ ਵਿੱਚ ਗਿਆਨ ਸੂਰਜ ਚੜ੍ਹਨ ਨਾਲ ਸਨਮੁਖ ਹੋਣ ਰੂਪ ਖਿੜ ਗਿਆ ਹੈ। ਇਸ ਦੀਆਂ ਕਰੁਣਾ ਮਦਤਾ ਮੈਤਰੀ ਤੇ ਉਪੇਖਿਆ ਰੂਪ ਕਲੀਆਂ ਖੇੜਾਈਆਂ ਹਨ। ਗੁਣ ਗਾਵਤ ਨਿਹਚਲ ਬਿਸ਼ਰਾਮ। ਉਸ ਨੇ ਪਰਮਾਤਮਾ ਦੇ ਗੁਣ ਗਾਉਂਦਿਆਂ ਅਚਲ ਸਰੂਪ ਦੇ ਵਿੱਚ ਸਥਿਤੀ ਪਾਉਣਾ ਕੀਤੀ ਹੈ। ਪੂਰਨ ਹੋਏ ਸਗਲੇ ਕਾਮ। ਉਸ ਦੇ ਸਾਰੇ ਲੋਕ ਪਰਲੋਕ ਦੇ ਕੰਮ ਵੀ ਪੂਰੇ ਹੋ ਗਏ ਹਨ। ਦੁਲਭ ਦੇਹ ਆਈ ਪਰਵਾਨ।
ਕਠਿਨਤਾਈ ਨਾਲ ਪ੍ਰਾਪਤ ਹੋਣ ਵਾਲੀ ਕਾਇਆ ਸੰਸਾਰ ਵਿੱਚ ਆਈ ਹੋਈ ਕਬੂਲ ਹੋਈ ਹੈ। ਸਫਲ ਹੋਈ ਜਪ ਹਰ ਹਰ ਨਾਮ, ਕਿਉਂਕਿ ਉਹ ਦੇਹੀ ਹਰੇ ਭਰੇ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਕੇ ਲੋਕ ਪਰਲੋਕ ਦੇ ਵਿੱਚ ਸਫਲੀ ਹੋਈ ਹੈ। ਕਹੋ ਨਾਨਕ ਪ੍ਰਭ ਕਿਰਪਾ ਕਰੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮਾਤਮਾ ਨੇ ਮੇਰੇ ਉੱਪਰ ਆਪਣੀ ਮਿਹਰ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸਾਸ ਗਰਾਸ ਜਪੋ ਹਰ ਹਰੀ, ਜਿਸ ਕਰਕੇ ਮੈਂ ਸਵਾਸ ਲੈਂਦਿਆਂ ਅਤੇ ਗਰਾਹੀ ਖਾਂਦਿਆਂ ਜਾਂ ਆਉਂਦੇ ਜਾਂਦੇ ਸਵਾਸਾਂ ਨਾਲ ਹਰੀ ਭਰੀ ਕਰਨ ਵਾਲੇ ਹਰੀ ਪਰਮਾਤਮਾ ਦਾ ਨਾਮ ਜਪਦਾ ਹਾਂ। ਭੈਰੋਂ ਮਹਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਭ ਤੇ ਉੱਚਾ ਜਾ ਕਾ ਨਾਉ। ਇਹ ਭਾਈ ਜਿਸ ਪਰਮਾਤਮਾ ਦਾ ਨਾਮ ਸਾਰੇ ਜਗ ਸਾਰੇ ਤਪ ਸਾਰੇ ਜੋਗ ਆਦਿਕ ਤੋਂ ਉੱਚਾ ਸ੍ਰੇਸ਼ਟ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਸੋ ਜਿੰਨੇ ਵੀ ਦਾਨ ਪੁੰਨ ਜਪ ਤਪ ਜੇਤੇ ਜਿੰਨੇ ਵੀ ਹਨ ਸਭਨਾਂ ਤੋਂ ਉੱਪਰ ਪ੍ਰਭੂ ਦੇ ਨਾਮ ਦਾ ਫਲ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਹੈ, ਜੈਸੇ 68 ਤੀਰਥ ਬਰਸ ਕੀਓ जुग चार चरियो कैलाश रहियो। जैसे कोट बरसत पुरद मुखी बैसंतर में तन दाह दयो। जैसे लाख बार कुरुक्षेत्र में असमेत जंग अपंग ठयो। उन अमृत नाम शेष इति जिन्हें एक बार श्री वाहिगुरु कहियो। 68 तीर्थां तो भी वध लखा कुरुक्षेत्र के उपर जो असमेत जग तो भी वध करोड़ां साल पुठे लड़के तप करन तो भी वध फल। अग दे विच सड़ के मरन तो भी वध फल। सब तो उपर वड्डा साहिब ऊंचा थाओ। इथों तक कि जिहड़ा मालक परमात्मा जिसका नाम है ऊंचे उपर ऊंचा ना ਉਹਦੇ ਤੋਂ ਵੀ ਉੱਚਾ ਹੈ ਪ੍ਰਭੂ ਦਾ ਨਾਮ। ਬਾਕੀ ਨੇ ਤਾਂ ਭਲਾ ਕੀ ਬਰਾਬਰੀ ਕਰ ਲੈਣੀ ਹੈ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਕਿ ਜਿਸ ਕੋਠੇ ਤੇ ਚੜ੍ਹਨ ਲਈ ਪੌੜੀ ਲਾਈ ਜਾਏ ਉਹ ਜਿਹੜੀ ਪੌੜੀ ਹੈ 2 ਡੰਡੇ ਉੱਪਰ ਹੋਵੇ ਤਾਂ ਹੀ ਕੋਠੇ ਤੇ ਚਾੜੂਗੀ। ਜੇ ਓਡੀ ਕੀ ਹੈ ਜਾਂ ਉਹਦੇ ਤੋਂ ਛੋਟੀ ਉਹਦਾ ਖਿਸਕ ਕੇ ਬੰਦਾ ਡੇਗ ਦੇਊਗੀ। सो प्रभु की प्राप्ति कराने वाला जो है वाहिगुरु का नाम वो वाहिगुरु का हुण सानू पता नहीं भी उसका निवास कित्थे है। महाराज का नाम उत्थे पहुँचा दिंदा है उसनू लभा दिंदा है। जिवें हज़ारां दे इकट्ठ विच किसी का नाम अनाउंस किया जाए तो अपने आप ही स्टेज ते पहुँच जाता है। इं प्रभु के नाम की ताकत है कि प्रभु नूं प्रगट कर दिंदा है। इसलिए प्रभु तो भी प्रभु का नाम उच्चा है। जिस तरह बंदे तो बंदे का नाम वड्डा है। इंसान जिथे नहीं पहुँच सकता उत्थे उहदा नाम चलदा। कई रजिस्टरां विच कई बैंक खातियां दे विच कई जगह ते नाम दे नाल ही कारोबार हुंदे ने। आ जिहड़ा आधार कार्ड है ਇਹਦੇ ਉੱਪਰ भी नाम की पहचान है। तो इस वास्ते जो महाराज का नाम है उच्चे उपर उच्चा नाम ਉਹਦੇ ਉੱਚੇ ਤੇ ਪਹੁੰਚਾਉਣ ਲਈ ਉਹਦਾ ਨਾਮ ਉੱਚਾ ਹੈ सब तो ਉੱਚਾ। सो प्रभ का सिमरन सब ते ऊंचा। प्रभ का सिमरन उधर मूचा। प्रभ का सिमरन तृष्णा बुझै। प्रभ का सिमरन सब के सुझै। प्रभ का सिमरन नाही जम त्रासै। प्रभ का सिमरन पूर्ण हसै। प्रभ का सिमरन मन की मल जाए। अमृत नाम रिद माही बसाए।
ਇਸ ਵਾਸਤੇ ਇੰਨੀਆਂ ਬਰਕਤਾਂ ਜੋ ਦੇਣ ਵਾਲਾ ਤਾਂ ਉੱਚਾ ਹੈ। ਸਦਾ ਸਦਾ ਤਾਂ ਕੇ ਗੁਣ ਗਾਓ। ਇਸ ਲਈ ਹਮੇਸ਼ਾ ਹਮੇਸ਼ਾ ਉਸ ਪਰਮਾਤਮਾ ਦੀ ਗੁਣ ਗਾਉਣਾ ਕਰੋ, ਕਿਉਂਕਿ ਗੁਣ ਗਾਵਤ ਹੋਵਤ ਪ੍ਰਗਾਸ। ਜਿਸ ਸਿਮਰਤਾ ਸਗਲਾ ਦੁਖ ਜਾਏ। ਜਿਸ ਨਾਮ ਨੂੰ ਸਿਮਰਦਿਆਂ ਜੰਮਣ ਮਰਨ ਆਦਿਕ ਸਾਰਾ ਹੀ ਦੁੱਖ ਕਸ਼ਟ ਨਾਸ਼ ਹੋ ਜਾਂਦਾ ਹੈ। ਅਤੇ ਸਰਬ ਸੁਖ ਵਸਹਿ ਮਨ ਆਏ। ਸਾਰੇ ਪ੍ਰਕਾਰ ਦੇ ਸੁਖ ਹਿਰਦੇ ਵਿੱਚ ਆ ਕੇ ਵਸ ਜਾਂਦੇ ਹਨ। ਸਿਮਰ ਮਨ ਤੂੰ ਸਾਚਾ ਸੋਏ। ਮਨ ਇਸ ਲਈ ਤੂੰ ਵੀ ਉਹ ਸੱਚਾ ਨਾਮ ਸਿਮਰਨਾ ਕਰ। ਜਾਂ ਹੇ ਮਨ ਸਿਮਰਨ ਯੋਗ ਸੱਚੇ ਪ੍ਰਮਾਤਮਾ ਦੀ ਮਨ ਬਾਣੀ ਸਰੀਰ ਕਰਕੇ ਸੋਏ ਸੁਭਾ ਕਰ। ਹਲਤ ਬਲ ਤਾਲ ਤੁਮਰੀ ਗਤ ਹੋਏ। ਜਿਸ ਕਰਕੇ ਲੋਕ ਪਰਲੋਕ ਦੇ ਵਿੱਚ ਤੇਰੀ ਕਲਿਆਣ ਹੋ ਜਾਵੇਗੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪੁਰਖ ਨਿਰੰਜਨਾ ਸਿਰਜਨਹਾਰ। ਉਹ ਪ੍ਰਭੂ ਪੂਰਨ ਸ਼ੁੱਧ ਸਰੂਪ ਅਤੇ ਸ੍ਰਿਸ਼ਟੀ ਦੇ ਤਾਈਂ ਰਚਨ ਵਾਲਾ ਹੈ। ਜੀ ਜਨਤਾ ਦੇਵ ਆਹਾਰ। ਸਾਰੇ ਸੂਖਮ ਅਸਤੂਲ ਜੀਵ ਜਨਤਾ ਨੂੰ ਭੋਜਨ ਖੁਰਾਕ ਦਿੰਦਾ ਹੈ। ਕੋਟ ਖਤੇ ਖਿਨ ਬਖਸ਼ਣਹਾਰ। ਉਹ ਪ੍ਰਭੂ ਸ਼ਰਨ ਵਿੱਚ ਆਏ ਜੀਵਾਂ ਦੇ ਕਰੋੜਾਂ ਜਨਮਾਂ ਦੇ ਗੁਨਾਹ ਇੱਕ ਛਿਨ ਵਿੱਚ ਬਖਸ਼ਣ ਵਾਲਾ ਹੈ। ਜੇ ਕੋਈ ਬੇਨਤੀ ਕਰੇ ਇੰਜ ਨਿਮਰਤਾ ਵਿੱਚ ਆ ਕੇ, ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨ ਬਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈਓ, ਹਉ ਪਾਪੀ ਵੱਡ ਗੁਨਹਗਾਰ। ਇਹ ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ, तेते अवगुण हमारे। दया करो किश मेहरियों पावो, डुबदे पत्थर तारे। तू तां डुबदे पत्थरां नूं भी तार दिता, साडी भी कल्याण कर हे महाराज। हम अब गुण भरे एक गुण नाही, अमृत छाड़ बिखै बिख खाई। माया मोह भरम बै भूले, सुत धारा स्यों प्रीत लगाई। एक उत्तम पंथ सुनियो गुर संगत, ते मलंत जम त्रास मिटाई। एक अरदास पाठ कीरत की, गुर रामदास रखो सरनाई। महाराज सवेर दा भुलिया कहंदे शाम नूं घर आ जाए, ਉਹਨੂੰ ਉਹਦਾ ਪਿਓ ਬਖਸ਼ ਲੈਂਦਾ, ਉਹਨੂੰ ਭੁੱਲਿਆ ਨਹੀਂ ਸਮਝਦਾ। ਇਉਂ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼। ਝਿੜਕੀ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਹਰਿ ਅੰਤਰ ਜਾਮੀ ਸਬਦ ਜਾਣੈ, ਤਾਂ ਕਿਸ ਪੈ ਆਖ ਸੁਣਾਈਐ। ਕਹਿਣੇ ਕਥਾ ਨ ਭੀਜੈ ਗੋਬਿੰਦ, ਹਰ ਭਾਵੇ ਪੈਜ ਰਖਾਈਐ। हे महाराज साडे भी औगण बख्श लवो जी। भगत पाए सदा निस्तार, जो प्रेमा भगती करते ने सो प्रेमा भगती करके ही जीवन दा हमेशा संसार समुंदर तो उधार हुंदा है। जो भी अज तक तरिया प्रेमा भगती करके तरिया, इसलिए ਆਪਾਂ ਨੂੰ ਵੀ ਸਿੱਖਿਆ ਕਿ ਪ੍ਰੇਮਾ ਭਗਤੀ ਕਰੀਏ।
ਸਾਚਾ ਤਨ ਸਾਚੀ ਵਡਿਆਈ। ਉਸ ਮਨੁੱਖ ਕੋਲ ਹੀ ਸੱਚਾ ਨਾਮ ਰੂਪ ਧਨ ਹੈ, ਉਸ ਕੋਲ ਹੀ ਪ੍ਰਭੂ ਪ੍ਰਾਪਤੀ ਰੂਪ ਸੱਚੀ ਸ਼ੋਭਾ ਹੈ। ਗੁਰ ਪੂਰੇ ਤੇ ਨਿਹਚਲ ਮਤ ਪਾਈ। ਜਿਸ ਮਨੁੱਖ ਨੇ ਪੂਰੇ ਗੁਰੂ ਤੋਂ ਅਚਲ ਰਹਿਣ ਵਾਲੀ ਆਤਮ ਸ਼ੈਣੀ ਬੁੱਧ ਪਾਈ ਹੈ, ਜਾਂ ਪੂਰਨ ਗੁਰਾਂ ਤੋਂ ਜਿਹੜੀ ਪ੍ਰਮਾਤਮਾ ਦੇ ਸਿਮਰਨ ਦੀ ਸਰੂਪ ਦੀ ਸਖਿਆਤਤਾ ਵਾਲੀ ਅਚਲ ਮਤ ਪਾਉਣਾ ਕੀਤੀ ਹੈ, ਇਹੀ ਸੱਚਾ ਧਨ ਹੈ ਅਤੇ ਇਹੀ ਸੱਚੀ ਵਡਿਆਈ ਹੈ। ਕਰ ਕਿਰਪਾ ਜਿਸ ਰਾਖਣ ਹਾਰਾ। ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਪ੍ਰਮਾਤਮਾ ਜਿਸ ਦੀ ਰੱਖਿਆ ਕਰਨ ਵਾਲਾ ਹੈ, ਤਾਕਾ ਸਗਲ ਮਿਟੈ ਅੰਧਿਆਰਾ। ਇਸ ਮਨੁੱਖ ਦਾ ਸਾਰਾ ਹੀ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਪਾਰ ਬ੍ਰਹਮ ਸਿਉ ਲਾਗੋ ਧਿਆਨ। ਉਸ ਮਨੁੱਖ ਦਾ ਪਰਮਾਤਮਾ ਦੇ ਨਾਲ ਚਿੱਤ ਦੀ ਬਿਰਤੀ ਦਾ ਖਿਆਲ ਧਿਆਨ ਲੱਗ ਜਾਂਦਾ ਹੈ। ਪੂਰਨ ਪੂਰ ਰਹਿਓ ਨਿਰਵਾਨ। ਉਸ ਮਨੁੱਖ ਨੂੰ ਬੰਧਨਾਂ ਆਦਤਾਂ ਤੋਂ ਰਹਿਤ ਪੂਰਨ ਪ੍ਰਭੂ ਆਕਾਸ਼ ਦੀ ਤਰ੍ਹਾਂ ਪੂਰਨ ਹੋ ਰਿਹਾ ਪ੍ਰਤੀਤ ਹੁੰਦਾ ਹੈ। ਬ੍ਰਹਮ ਪਉ ਮੇਟਾ ਮਿਲੇ ਗੋਪਾਲ। ਉਸ ਮਨੁੱਖ ਦੀ ਅੰਦਰੋਂ ਭ੍ਰਮ ਅਤੇ ਡਰ ਨੂੰ ਨਿਵਰਤ ਕਰਕੇ ਪਰਮਾਤਮਾ ਜੀ ਮਿਲੇ ਹਨ, ਮਿਲ ਪੈਂਦੇ ਨੇ। ਨਾਨਕ ਕਉ ਗੁਰਾ ਭਏ ਦਇਆਲ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਮਨੁੱਖ ਦੇ ਉੱਪਰ ਸਤਿਗੁਰੂ ਜੀ ਕਿਰਪਾਲੂ ਹੋਏ ਹਨ। ਪੈਰੋਂ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਰਹਿਮਤਾਂ ਕਰ ਰਹੇ ਨੇ। ਜਿਸ ਸਿਮਰਤਾ ਮਨ ਹੋਏ ਪਰਗਾਸ। ਇਹ ਭਾਈ ਜਿਸ ਪ੍ਰਭੂ ਦੇ ਸਿਮਰਨ ਕਰਨ ਨਾਲ ਹਿਰਦੇ ਅੰਦਰ ਅਨੁਭਵ ਸਰੂਪ ਯਥਾਰਥ ਗਿਆਨ ਦਾ ਚਾਨਣ ਹੋ ਜਾਂਦਾ ਹੈ। ਮਿਟਹਿ ਕਲੇਸ਼ਾ ਸੁਖ ਸਹਿਜ ਨਿਵਾਸ। ਉਸ ਦੇ ਸਾਰੇ ਝਗੜੇ ਮਿਟ ਜਾਂਦੇ ਨੇ ਅਤੇ ਸੁਖ ਤੇ ਸ਼ਾਂਤ ਸਰੂਪ ਅਚੁੱਤ ਸੁਖ ਸਰੂਪ ਪ੍ਰਮਾਤਮਾ ਵਿੱਚ ਉਸ ਦਾ ਵਾਸਾ ਹੋ ਜਾਂਦਾ। ਜਾਂ ਨਿਵਾਸ ਉਹ ਵਾਸ਼ਨਾਵਾਂ ਤੋਂ ਨਿਰਹਿਤ ਹੋ ਕੇ ਸੁਖ ਪੂਰਵਕ ਸਹਿਜ ਸਰੂਪ ਦੇ ਵਿੱਚ ਅਸਥਿਤ ਹੋ ਜਾਂਦਾ ਹੈ। ਤਿਸੈ ਪ੍ਰਾਪਤਾ ਜਿਸ ਪ੍ਰਭ ਦੇ। ਇਹ ਭਾਈ ਪਰ ਇਹ ਦਾਤ ਕਿਸੇ ਮਨੁੱਖ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਨੂੰ ਪ੍ਰਮਾਤਮਾ ਆਪ ਦੇਣਾ ਕਰਦਾ ਹੈ। ਉਹ ਪ੍ਰਭੂ ਕਿਵੇਂ ਦਾਤ ਦਿੰਦਾ ਹੈ ਤਾਂ ਉੱਤਰ ਬਖਸ਼ਦੇ ਨੇ। ਪੂਰੇ ਗੁਰ ਕੀ ਪਾਏ ਸੇਵਾ। ਉਹ ਪੂਰਨ ਗੁਰਾਂ ਦੀ ਸੇਵਾ ਟਹਿਲ ਦੇ ਵਿੱਚ ਪਾਉਣਾ ਕਰਦਾ ਹੈ। ਤਦੋਂ ਹੀ ਗੁਰਾਂ ਦੁਆਰਾ ਇਹ ਨਾਮ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਸਰਬ ਸੁਖਾਂ ਪ੍ਰਭ ਤੇਰੋ ਨਾਉ। ਇਹ ਪਰਮਾਤਮਾ ਤੇਰਾ ਨਾਮ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਆ। ਸੋ ਇਸ ਤਰ੍ਹਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ। ਕਾਮ ਤਿਹਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ ਕਲੇਸ਼ ਤਨ ਮਾਹੀ ਮਿਟਾਵੋ। ਆਠ ਪਹਿਰ ਮੇਰੇ ਮਨ ਗਾਓ। ਇਸ ਲਈ ਅਸੀਂ ਆਪਣੇ ਮਨ ਨੂੰ ਸਿੱਖਿਆ ਦਈਏ ਕਿ ਹੇ ਮੇਰੇ ਮਨਾ ਤੂੰ ਅਠੇ ਪਹਿਰ ਇੱਕ ਦੇ ਲਿਵੇ ਮੰਨੇਨ ਹੁਕਮ ਅਪਾਰ। ਅਪਾਰ ਪ੍ਰਭੂ ਦਾ ਹੁਕਮ ਮੰਨ ਕੇ ਅਠੇ ਪੈਰ ਇੱਕ ਲਿਵ ਲਾ ਕੇ ਪ੍ਰਭੂ ਦਾ ਨਾਮ ਜਪ।
ਮਤਲਬ ਰਾਤ ਦਿਨ ਉਸ ਪ੍ਰਭੂ ਦੇ ਜਸ ਨੂੰ ਗਾਉਣਾ ਕਰ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜੋ ਇੱਛਾ ਸੋਈ ਫਲ ਪਾਏ। ਉਹ ਮਨੁੱਖ ਜੋ ਵੀ ਕਾਮਨਾ ਕਰਦਾ ਹੈ ਉਹੀ ਧਰਮ ਅਰਥ ਕਾਮ ਮੋਖ ਰੂਪ ਫਲ ਪਾ ਲੈਂਦਾ ਹੈ। ਹਰ ਕਾ ਨਾਮ ਮਨ ਵਸਾਏ। ਜੋ ਮਨੁੱਖ ਹਰੀ ਪ੍ਰਮਾਤਮਾ ਦਾ ਗੁਰਾਂ ਦੁਆਰਾ ਨਾਮ ਸ਼ਰਵਣ ਮੰਨਣ ਕਰਕੇ ਆਪਣੇ ਮਨ ਹਿਰਦੇ ਵਿੱਚ ਵਸਾਉਣਾ ਕਰਦਾ ਹੈ। ਆਵਨ ਜਾਣ ਰਹੇ ਹਰ ਧਿਆਏ। ਉਸ ਮਨੁੱਖ ਦੇ ਆਉਣ ਜਾਣ ਭਾਵ ਜੰਮਣ ਮਰਨ ਦੇ ਦੁੱਖ ਰਹਿ ਗਏ, ਨਿਵਰਤ ਹੋ ਗਏ ਹਨ। ਜੋ ਹਰੀ ਪ੍ਰਮਾਤਮਾ ਨੂੰ ਧਿਆਉਂਦਾ ਅਰਾਧਦਾ ਹੈ ਅਤੇ ਭਗਤ ਪਾਏ ਪ੍ਰਭ ਕੀ ਲਿਵ ਲਾਏ। ਪ੍ਰੇਮਾ ਭਗਤੀ ਦੁਆਰਾ ਪਰਮਾਤਮਾ ਦੀ ਮੂਰਤੀ ਭਾਵ ਸਰੂਪ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਉਣਾ ਕਰਦਾ ਹੈ। ਬਿਨ ਸੇ ਕਾਮ ਕ੍ਰੋਧ ਅਹੰਕਾਰ। ਉਸ ਦੇ ਅੰਦਰੋਂ ਕਾਮ ਦਾ ਫੁਰਨ, ਕ੍ਰੋਧ, ਗੁੱਸਾ ਤੇ ਅਭਿਮਾਨ ਆਦਿਕ ਵਿਕਾਰ ਨਾਸ਼ ਹੋ ਜਾਂਦੇ ਹਨ ਅਤੇ ਟੂਟੇ ਮਾਇਆ ਮੋਹ ਪਿਆਰ। ਮਾਇਆ ਦਾ ਮੋਹ ਅਤੇ ਸੰਬੰਧੀਆਂ ਦਾ ਪਿਆਰ ਸਨੇਹ ਵੀ ਟੁੱਟ ਜਾਂਦਾ ਹੈ। ਪ੍ਰਭ ਕੀ ਟੇਕਾ ਰਹਿ ਦਿਨ ਰਾਤ। ਉਹੀ ਮਨੁੱਖ ਦਿਨ ਰਾਤ ਪਰਮਾਤਮਾ ਦੀ ਓਟ ਵਿੱਚ ਰਹਿੰਦਾ ਹੈ। ਪਾਰ ਬ੍ਰਹਮ ਕਰੇ ਜਿਸ ਦਾਤ। ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਸਿਮਰਨ ਸ਼ਰਧਾਤਕ ਗੁਣਾਂ ਦੀ ਬਖਸ਼ਿਸ਼ ਦੇਣਾ ਕਰਦਾ ਹੈ। ਕਰਨ ਕਰਾਵਨ ਹਾਰ ਸੁਆਮੀ। ਉਹ ਮਨੁੱਖ ਇੰਜ ਬੇਨਤੀ ਕਰਦਾ ਕਿ ਹੇ ਮਾਲਕ ਪ੍ਰਭੂ, ਤੁਸੀਂ ਸਾਰੇ ਕਾਰਜਾਂ ਨੂੰ ਆਪ ਕਰਨ ਅਤੇ ਬ੍ਰਹਮਾ ਆਦਿਕਾਂ ਨੂੰ ਪ੍ਰੇਰ ਕੇ ਕਰਾਉਣ ਵਾਲੇ ਹੋ ਜੀ। ਸਗਲ ਕਟਾਂ ਕੇ ਅੰਤਰ ਜਾਮੀ। ਸਾਰੇ ਹਿਰਦਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ। ਕਰ ਕਿਰਪਾ ਆਪਣੀ ਸੇਵਾ ਲਾਏ। ਪ੍ਰਭੂ, ਤੁਸੀਂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਆਪਦੀ ਭਗਤੀ ਰੂਪ ਟਹਿਲ ਵਿੱਚ ਲਾਉਣਾ ਕਰੋ ਜੀ। ਨਾਨਕ ਦਾਸ ਤੇਰੀ ਸਰਣ ਆਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਸੇਵਕ ਤੁਹਾਡੀ ਸ਼ਰਨ ਵਿੱਚ ਆਏ ਹਾਂ ਜੀ। ਪੈਰੋਂ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਭੈਰੋ ਰਾਗ ਵਿੱਚ ਸ਼ੋ ਪਾਵਨ ਫਰਮਾਨ ਕਰਦੇ ਨੇ। ਲਾਜ ਮਰੈ ਜੋ ਨਾਮ ਨ ਲੇਵੈ। ਜੋ ਪੁਰਖ ਪਰਮਾਤਮਾ ਦਾ ਨਾਮ ਨਹੀਂ ਲੈਣਾ ਕਰਦਾ ਉਹ ਸ਼ਰਮਿੰਦਗੀ ਦੇ ਵਿੱਚ ਮਰਦਾ ਰਹਿੰਦਾ ਹੈ। ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ ਨਾਮ ਵਿਹੋਣ। ਜੀਵਨ ਕੌਣ ਕਾਮ। ਉਹ ਮਾਰੀ ਕਿਉਂ ਨਹੀਂ ਜਾਂਦੇ? ਉਹ ਮਾਰੀ ਜਾਣ ਦਾ ਚੰਗਾ। ਵਾਹਿਗੁਰੂ ਦੇ ਨਾਮ ਨੂੰ ਭੁਲਾਉਣ ਦੇ ਨਾਲ ਉਹ ਕਾਹਦੇ ਕੰਮ ਲਈ ਇੱਥੇ ਦੁਨੀਆ ਵਿੱਚ ਆਏ ਹੋਏ ਨੇ ਕਿ ਨਹੀਂ ਨਾ ਕੀ ਇਹ ਕਾਜ ਮਾਇਆ ਪੂਰੇ। ਮਾਇਆ ਦੇ ਕੰਮ ਤਾਂ ਅੱਜ ਤੱਕ ਕਿਸੇ ਪੂਰੇ ਕੀਤੇ ਹੀ ਨਹੀਂ, ਸਭ ਅਧੂਰੇ ਛੱਡ ਕੇ ਤੁਰ ਜਾਂਦੇ ਨੇ। ਇਸ ਲਈ ਅਵਰ ਕਾਜ ਤੇਰੇ ਕਹਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਬੇਹੂ ਨਾ ਸੁਖੀ ਕਿਉ ਸੋਵੈ। ਪਰਮਾਤਮਾ ਦੇ ਨਾਮ ਤੋਂ ਹੀਣਾ ਪੁਰਖ ਸੁਖ ਦੇ ਸਹਿਤ ਕਿਵੇਂ ਸੌਂ ਸਕਦਾ ਹੈ? ਜਾਂ ਸੁਖ ਸਰੂਪ ਦੇ ਵਿੱਚ ਨਿਰਵਿਕਲਪ ਸਮਾਧੀ ਰੂਪ ਕਿਵੇਂ ਸੌਂ ਸਕਦਾ? ਭਾਵ ਸੁਖ ਵਿੱਚ ਸਥਿਤੀ ਨਹੀਂ ਪਾ ਸਕਦਾ। ਹਰ ਸਿਮਰਨ ਛਾੜ ਪਰਮ ਗਤ ਚਾਹੈ। ਫਿਰ ਉਹ ਐਸਾ ਬੇਸਮਝ ਹੋਇਆ ਪਿਆ ਹੈ ਕਿ ਹਰੀ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਛੱਡ ਕੇ ਵੱਡੀ ਕੇਵਲ ਮੋਖ ਪਦਵੀ ਨੂੰ ਚਾਹੁਣਾ ਕਰਦਾ ਹੈ। ਇਹ ਭਾਈ
ਸਾਨੂੰ ਇਸ ਦਾ ਜਵਾਬ ਦੇ ਕੇ ਜਾਇਓ। ਮੂਲ ਬਿਨਾ ਸਾਖਾਂ ਕਤੀਆਂ ਹੈ। ਇਹ ਕਿਸੇ ਦਰਖਤ ਦੇ ਮੁੱਢ ਤੋਂ ਬਿਨਾਂ ਟਾਹਣੀਆਂ ਕਿੱਥੋਂ ਆ ਸਕਦੀਆਂ ਨੇ? ਆ ਸਕਦੀਆਂ ਨੇ? ਨਹੀਂ। ਮਤਲਬ ਜਿਸ ਬ੍ਰਿਕਸ਼ ਦਾ ਮੁੱਢ ਹੀ ਨਹੀਂ ਹੈ ਤਾਂ ਫਿਰ ਉਸ ਦੀਆਂ ਟਾਹਣੀਆਂ ਕਿਵੇਂ ਆ ਸਕਦੀਆਂ? ਭਾਵ ਨਹੀਂ ਆ ਸਕਦੀਆਂ। ਇਸੇ ਪ੍ਰਕਾਰ ਮੂਲ ਬਿਨਾ ਸਾਖਾਂ ਕਤਿਆ ਹੈ। ਮੂਲ ਰੂਪ ਹਰੀ ਦੇ ਸਿਮਰਨ ਤੋਂ ਬਿਨਾਂ ਸਲੋਕ ਸਮੀਪ ਸਰੂਪ ਸਾਯੁਜ ਕੇਵਲ ਮੋਖ ਰੂਪ ਟਾਹਣੀਆਂ ਕਿਵੇਂ ਪੈਦਾ ਹੋ ਸਕਦੀਆਂ? ਭਾਵ ਨਹੀਂ ਪੈਦਾ ਹੋ ਸਕਦੀਆਂ। ਫਰੀਦਾ ਲੋੜੈ ਦਾਖ ਬਜੌਰੀਆਂ। ਫਰੀਦ ਸਾਹਿਬ ਜੀ ਕਹਿੰਦੇ ਨੇ, ਦੱਸੋ ਕਿੱਡੀ ਮੂਰਖਤਾ ਇਸ ਇਨਸਾਨ ਦੀ ਹੈ ਕਿ ਉਹ ਚਾਹੁੰਦਾ ਤਾਂ ਬਜੌਰ ਦੇਸ਼ ਦੀਆਂ ਦਾਖਾਂ ਨੇ। ਕਿੱਕਰ ਬੀਜ ਹੈ ਜੱਟ ਤੇ ਜੱਟ ਜ਼ਿਮੀਂਦਾਰ, ਬੀਜ ਦਾ ਪੈਲੀ ਵਿੱਚ ਕਿੱਕਰਾਂ ਹੈ, ਕੰਡੇ ਉਹ ਕਰਮ ਤੇ ਹੰਡਾ ਉਨ ਕਤਾਈਂਦਾ, ਪੈਦਾ ਲੋੜ ਹੈ ਪੱਟ। ਕਤਾਉਂਦਾ ਤਾਂ ਊਠਾਂ ਦੀ ਉੱਨ ਤੇ ਚਾਹੁੰਦਾ ਹੈ ਮੈਂ ਰੇਸ਼ਮੀ ਵਸਤਰ ਪਹਿਨ ਲਵਾਂ। ਤੁਸੀਂ ਦੱਸੋ ਇਸ ਤਰ੍ਹਾਂ ਹੋ ਸਕਦਾ ਹੈ? ਇਸੇ ਤਰ੍ਹਾਂ ਬਜੌਰ ਦੇਸ਼ ਦੀਆਂ ਦਾਖਾਂ ਦੀ ਤਰ੍ਹਾਂ ਚਾਹੁੰਦਾ ਤਾਂ ਚਾਰ ਮੁਕਤੀਆਂ ਹੈ ਬੈਕੁੰਠ ਦੀਆਂ, ਤੇ ਬੀਜ ਦਾ ਕਿੱਕਰਾਂ ਦੀ ਤਰ੍ਹਾਂ ਕੰਡੇ ਹੈ। ਆਪ ਤਾਂ ਹੱਥਾਂ 'ਚ ਮਾਰਨੇ, ਦੂਜਿਆਂ ਦੇ ਪੈਰਾਂ 'ਚ ਵੀ ਖਿਲਾਰ ਦਿੰਦਾ। ਕਈ ਮੂਰਖ ਜੰਮ ਪੈਂਦੇ, ਉਹ ਜਾਣ ਬੁੱਝ ਕੇ ਲੜਾਈ ਝਗੜਾ ਪੈਦਾ ਕਰਦੇ ਨੇ। ਕਿਸੇ ਦੀ ਗੱਲ ਕਿਸੇ ਨੂੰ ਦੱਸ ਦੇਣੀ, ਉਹਦੀ ਆ ਕੇ ਹੋਰ ਵਧਾ ਚੜਾ ਕੇ ਦੂਜੇ ਨੂੰ ਦੱਸ ਦੇਣੀ ਤੇ ਲੜਾਈ ਕਰਾ ਦੇਣੀ। ਆਪ ਬਾਂਦਰ ਦੀ ਤਰ੍ਹਾਂ ਬਿੱਲੀਆਂ ਦੀ ਲੜਾਈ ਦੇਖਣੀ। ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਕਰਮੀ ਬੰਦੇ ਨੇ, ਜਾਂ ਆਪ ਕਿਸੇ ਦਾ ਜੀਵਨ ਵਿਗਾੜਦੇ ਨੇ ਬਜਰ ਕਰੈਤ ਆਦਿ ਕਰਕੇ, ਕਿਸੇ ਦੇ ਘਰ ਦੇ ਵਿੱਚ ਫੁੱਟ ਪਾ ਕੇ ਤੇ ਉਹਦਾ ਘਰ ਪਾੜ ਦਿੰਦੇ ਨੇ, ਵਿਗਾੜ ਦਿੰਦੇ ਨੇ। ਇਹੋ ਜਿਹੇ ਕੰਡੇ ਬੀਜਣ ਵਾਲੇ ਜਿਹੜੇ ਕੋਈ ਕਰਮੀ ਮਨੁੱਖ ਨੇ ਉਹ ਮੁਕਤੀਆਂ ਨਹੀਂ ਪਾ ਸਕਦੇ। ਕੇਵਲ ਮੁਕਤੀ ਤਾਂ ਬੜਾ ਉਹਨਾਂ ਕੀ ਪਾਉਣੀ ਹੈ। ਇਸੇ ਤਰ੍ਹਾਂ ਊਠਾਂ ਦੀ ਉੱਨ ਕਤਾਉਣ ਦੀ ਤਰ੍ਹਾਂ ਕਰਦਾ ਤਾਂ ਸਕਾਮ ਕਰਮ ਹੈ ਤੇ ਚਾਹੁੰਦਾ ਹੈ ਕੇਵਲ ਮੁਕਤੀ ਰੂਪ ਮੈਂ ਰੇਸ਼ਮੀ ਵਸਤਰ ਪਹਿਨ ਲਵਾਂ। ਇੰਜ ਨਹੀਂ ਹੋ ਸਕਦਾ ਹੈ। ਸੋ ਜਿਵੇਂ ਮੁੱਢ ਤੋਂ ਬਿਨਾਂ ਟਾਹਣੀਆਂ ਨਹੀਂ ਹੁੰਦੀਆਂ ਨੇ, ਇਸ ਤਰ੍ਹਾਂ ਜੇ ਨਾਮ ਦਾ ਮੁੱਢ ਹੀ ਨਹੀਂ ਹੈ ਤੇ ਦੱਸੋ ਮੁਕਤੀ ਦੀ ਪ੍ਰਾਪਤੀ ਕਿਵੇਂ ਹੋਵੇਗੀ? ਹਰ ਸਿਮਰਨ ਛਾੜ ਪਰਮ ਗਤ ਚਾਹੈ। ਜੋ ਹਰੀ ਦਾ ਸਿਮਰਨ ਛੱਡ ਕੇ ਪਰਮ ਗਤੀ ਚਾਹੁੰਦੇ ਨੇ, ਮੂਲ ਬਿਨਾ ਸਾਖਾ ਕਤਿਆ ਹੈ, ਉਹਨਾਂ ਦਾ ਸੋਚਣਾ ਇੰਜ ਹੈ ਜਿਵੇਂ ਦਰਖਤ ਤਾਂ ਬੀਜ ਬੀਜਿਆ ਹੀ ਨਹੀਂ, ਮੁੱਢ ਤਾਂ ਲੱਗਾ ਹੀ ਨਹੀਂ, ਤੇ ਚਾਹੁੰਦੇ ਟਾਹਣੀਆਂ ਤੇ ਉੱਤੇ ਫਲ ਲੱਗ ਜਾਣ ਤੇ ਅਸੀਂ ਫਲ ਖਾ ਲਈਏ। ਇਸ ਤਰ੍ਹਾਂ ਨਹੀਂ ਹੋ ਸਕਦਾ ਹੈ। ਉਹ ਸ਼ੇਖ ਚਿਲੀ ਦੀ ਤਰ੍ਹਾਂ ਜੋ ਸਿਰ ਦੇ ਉੱਪਰ ਭਾਂਡਾ ਭਰਿਆ ਹੋਇਆ ਹੈ, ਜੋ ਵੀ ਉਹਨੇ ਪਦਾਰਥ ਆਦਿ ਚੁੱਕੇ ਨੇ ਉਹ ਪੈਰ ਮਾਰ ਕੇ ਚਿੱਕੜ 'ਚ ਡਿੱਗਣ ਦੀ ਤਰ੍ਹਾਂ ਪਹਿਲਾਂ ਵੀ ਗਵਾ ਲਵੇਗਾ। ਗੁਰ ਗੋਬਿੰਦਾ ਮੇਰੇ ਮਨ ਧਿਆਏ। ਇਸ ਲਈ हे ਮੇਰੇ ਮਨਾਂ, ਤੂੰ ਪੂਜਨੀਕ ਪਰਮਾਤਮਾ ਜਾਂ ਪਰਮਾਤਮਾ ਸਰੂਪ ਗੁਰੂ ਜਾਂ ਗੁਰੂ ਅਤੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ, ਆਰਾਧਨਾ ਕਰ। ਕਿਉਂਕਿ ਆਰਾਧਨਾ ਆਰਾਧਨਿਕਾ, ਹਰ ਹਰ ਨਾਮ ਆਰਾਧਨਾ। ਜਨਮ ਜਨਮ ਕੀ ਮੈਲ ਉਤਾਰੈ। ਜੋ ਗੁਰੂ ਜੋ ਵਾਹਿਗੁਰੂ ਨਾਮ ਜਨਮਾਂ ਜਨਮਾਂਤਰਾਂ ਦੇ ਪਾਪਾਂ ਰੂਪ ਮਲੀਨਤਾਈ ਲਾਹਾ ਦੇਵੇਗਾ। ਬੰਧਨ ਕਾਟਾ ਹਰ ਸੰਗ ਮਿਲਾਏ। ਅਤੇ ਕਰਤਾ ਭੋਗਤਾ ਹੰਗਤਾ ਮਮਤਾ ਦੇ ਜੰਜਾਲ ਕੱਟ ਕੇ ਹਰੀ ਪਰਮਾਤਮਾ ਦੇ ਨਾਲ ਮਿਲਾ ਦੇਵੇਗਾ। ਰਹਾਉ ਇਸ ਨਾਮ ਦੇ ਕਰ ਫਰਮਾਨ ਕਰਦੇ ਨੇ। ਤੀਰਥ ਨਾਏ ਕਹਾਂ ਸੁਚ ਸੈਲਾ। ਤੀਰਥਾਂ ਉੱਪਰ ਨਹਾਉਣ ਅਤੇ ਪੱਥਰਾਂ ਨੂੰ ਪੂਜਨ ਕਰਕੇ ਆਤਮਿਕ ਜੀਵਨ ਦੀ ਪਵਿੱਤਰਤਾ ਕਿੱਥੇ ਪ੍ਰਾਪਤ ਹੋ ਸਕਦੀ ਹੈ? ਭਾਵ ਨਹੀਂ ਪ੍ਰਾਪਤ ਹੋ ਸਕਦੀ। ਜਾਂ ਪੱਥਰ ਦੀ ਤਰ੍ਹਾਂ ਕਠੋਰ ਚਿੱਤ ਵਾਲਾ ਮਨੁੱਖ ਤੀਰਥਾਂ ਉੱਪਰ ਨਹਾ ਕੇ ਕਿਵੇਂ ਸੁੱਚਾ ਹੋ ਸਕਦਾ ਹੈ?
ਇਸੇ ਪ੍ਰਕਾਰ ਤੀਰਥ ਨਾਏ ਕਹਾਂ ਸੁਚ ਸੈਲਾ। ਜਿਵੇਂ ਪੱਥਰ ਕਠੋਰ ਹੁੰਦਾ ਹੈ, ਘੜਿਆਂ ਨੂੰ ਭੰਨਦਾ ਹੈ, ਪੱਥਰ ਦੇ ਵਿੱਚ ਅੱਗ ਵੀ ਹੁੰਦੀ ਹੈ, ਇਸੇ ਪ੍ਰਕਾਰ ਪੱਥਰ ਦਿਲ ਮਨੁੱਖ ਦਾ ਸੁਭਾਅ ਬਹੁਤ ਕਠੋਰ ਹੁੰਦਾ ਹੈ। ਲਾਗੇ ਭਾਵੇਂ ਕੋਈ ਬੰਦਾ ਤੜਫ ਕੇ ਮਰ ਜਾਏ, ਉਹਦੇ ਮੂੰਹ 'ਚ ਘੁੱਟ ਪਾਣੀ ਨਹੀਂ ਪਾਊਗਾ। ਕਠੋਰ ਬਚਨ ਬੋਲ ਕੇ ਲੋਕਾਂ ਦੇ ਨਰਮ ਦਿਲਾਂ ਰੂਪ ਘੜਿਆਂ ਨੂੰ ਭੰਨਦਾ ਹੈ ਅਤੇ ਉਸ ਦੇ ਅੰਦਰ ਈਰਖਾ ਰੂਪੀ ਅੱਗ ਲਟ ਲਟ ਬਲਦੀ ਹੁੰਦੀ ਹੈ। ਜਾਂ ਤੀਰਥਾਂ ਦੇ ਉੱਪਰ ਨਹਾਉਣ ਨਾਲ ਪਵਿੱਤਰ ਪਰਮਾਤਮਾ ਦੇ ਸਰੂਪ ਦੇ ਵਿੱਚ ਕਿਵੇਂ ਉਹ ਸੈਲ ਵਿਚਰ ਸਕਦਾ, ਭਾਵ ਨਹੀਂ ਵਿਚਰ ਸਕਦਾ। ਮਨ ਕਉ ਵਿਆਪੈ ਹਉਮੈ ਮੈਲ। ਸਗੋਂ ਮਨ ਨੂੰ ਅਹੰਗਤਾ ਮਮਤਾ ਦੀ ਮਲੀਨਤਾ ਹੀ ਵਿਆਪਦੀ ਰਹਿੰਦੀ ਹੈ। ਕੋਟ ਕਰਮ ਬੰਧਨ ਕਾ ਮੂਲ। ਪਰਮਾਤਮਾ ਦੇ ਨਾਮ ਤੋਂ ਬਿਨਾ ਕਰੋੜਾਂ ਕਰਮ ਬੰਧਨਾਂ ਦਾ ਹੀ ਮੁੱਢ ਕਾਰਨ ਹਨ। ਹਰ ਕੇ ਭਜਨ ਬਿਨਾ ਬਿਰਥਾ ਪੂਲ। ਹਰੀ ਪਰਮਾਤਮਾ ਦੇ ਭਜਨ ਸਿਮਰਨ ਤੋਂ ਬਿਨਾ ਪੂਲ ਸਮੂਹ ਕਰਮ ਵਿਅਰਥ ਹੀ ਹਨ। ਬਿਨ ਖਾਏ ਬੂਝੈ ਨਹੀਂ ਭੂਖਾ। ਇੱਥੇ ਬੁੱਝ ਹੈ, ਅਧਿਕ ਲਾ ਕੇ ਪੜ੍ਹਨਾ ਗਲਤ ਹੈ। ਬੁੱਝ ਹੈ ਪੋਲਾ ਜਿਹਾ, ਬੁੱਝਣ ਦਾ ਅਰਥ ਹੈ ਜਿਵੇਂ ਭੋਜਨ ਖਾਣ ਤੋਂ ਬਿਨਾ ਬੁਝੈ ਨਹੀਂ ਭੂਖ, ਭੁੱਖ ਨਹੀਂ ਮਿਟਦੀ ਹੈ। ਅਤੇ ਰੋਗ ਜਾਏ ਤਾਂ ਉਤਰਹਿ ਦੁਖਾ। ਜੇਕਰ ਕਿਸੇ ਦਾ ਕੋਈ ਰੋਗ ਚਲਾ ਜਾਵੇ ਤਦੋਂ ਹੀ ਉਸ ਦਾ ਦੁੱਖ ਕਸ਼ਟ ਉਤਰਦਾ ਹੈ। ਇਸੇ ਪ੍ਰਕਾਰ ਬਿਨ ਖਾਏ ਬੂਝੈ ਨਹੀਂ ਭੂਖਾ। ਪਰਮਾਤਮਾ ਦੇ ਨਾਮ ਰੂਪ ਭੋਜਨ ਨੂੰ ਖਾਣ ਤੋਂ ਬਿਨਾ ਆਸਾ ਤ੍ਰਿਸ਼ਨਾ ਰੂਪੀ ਜਿਹੜੀ ਭੁੱਖ ਹੈ ਉਹ ਬੁਝਦੀ ਨਹੀਂ, ਮਿਟਦੀ ਨਹੀਂ ਹੈ। ਰੋਗ ਜਾਏ ਤਾਂ ਉਤਰਹਿ ਦੁਖਾ। ਅਤੇ ਜੇਕਰ ਹਉਮੈ ਦਾ ਰੋਗ ਚਲਿਆ ਜਾਵੇ ਤਾਂ ਹੀ ਜੰਮਣ ਮਰਨ ਦਾ ਦੁੱਖ ਉਤਰ ਸਕਦਾ ਹੈ। ਕਾਮ ਕ੍ਰੋਧ ਲੋਭ ਮੋਹ ਵਿਆਪਿਆ। ਜੀਵ ਕਾਮ ਦੇ ਫੁਰਨੇ ਵਿੱਚ, ਕ੍ਰੋਧ ਤੀਖਣ ਬੁੱਧੀ ਦਾ ਨਾਮ ਹੈ, ਲੋਭ ਲਾਲਚ ਅਤੇ ਮੋਹ ਆਦਿਕ ਵਿਕਾਰਾਂ ਦੇ ਵਿੱਚ ਹਮੇਸ਼ਾ ਲੱਗਾ ਰਹਿੰਦਾ ਹੈ। ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਜਿਸ ਪਰਮਾਤਮਾ ਨੇ ਜੀਵ ਨੂੰ ਪੈਦਾ ਕੀਤਾ ਹੈ ਸੋ ਉਸ ਪ੍ਰਭੂ ਨੂੰ ਇਹਨੇ ਜਪਣਾ ਨਹੀਂ ਕੀਤਾ, ਜਾਣਨਾ ਨਹੀਂ ਕੀਤਾ। ਧੰਨ ਧੰਨ ਸਾਧ ਧੰਨ ਹਰਿ ਨਾਉ। ਸਾਧੂ ਮਹਾਤਮਾ ਜਨ ਵੀ ਧਨਤਾ ਯੋਗ ਨੇ ਜੋ ਨਾਮ ਜਪਦੇ ਨੇ, ਤੇ ਹਰੀ ਪ੍ਰਮਾਤਮਾ ਦਾ ਨਾਮ ਵੀ ਧਨਤਾ ਯੋਗ ਹੈ ਜੋ ਜੀਵਾਂ ਦੀ ਕਲਿਆਣ ਕਰਦਾ ਹੈ। ਆਠ ਪਹਿਰ ਕੀਰਤਨ ਗੁਣ ਗਾਓ। ਜੋ ਅਠੇ ਪਹਿਰ ਭਾਵ ਰਾਤ ਦਿਨ ਪਰਮਾਤਮਾ ਦੇ ਕੀਰਤਨ ਜਸ ਅਤੇ ਗੁਣਾਂ ਨੂੰ ਗਾਇਨ ਕਰਦੇ ਨੇ, ਉਹ ਵੀ ਗੁਰਮੁਖ ਧਨਤਾ ਯੋਗ ਹਨ। ਧਨ ਹਰ ਭਗਤ ਤਨ ਕਰਨ ਹਾਰ। ਹਰੀ ਪ੍ਰਭੂ ਦੀ ਭਗਤੀ ਵੀ ਧਨਤਾ ਯੋਗ ਹੈ ਅਤੇ ਭਗਤੀ ਨੂੰ ਕਰਨ ਵਾਲੇ ਪੁਰਖ ਵੀ ਧਨਤਾ ਯੋਗ ਹਨ। ਸਾਰਣ ਨਾਨਕ ਰੱਬ ਪੁਰਖ ਅਪਾਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਪੂਰਨ ਅਤੇ ਪਾਰਾਵਾਰ ਤੋਂ ਰਹਿਤ ਪ੍ਰਭੂ ਦੀ ਓਟ ਲੈਣਾ ਕੀਤੀ ਹੈ, ਉਹ ਪੁਰਖ ਲੋਕ ਪਰਲੋਕ ਵਿੱਚ ਧਨਤਾ ਯੋਗ ਹਨ। ਪੈਰੋ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸ਼ੋ ਪਾਵਨ ਫੁਰਮਾਨ ਕਰਦੇ ਹਨ। ਗੁਰ ਸੋ ਪ੍ਰਸੰਨ ਹੋਏ ਪਉ ਗਏ। ਜਿਸ ਉੱਪਰ ਗੁਰੂ
ਸਾਹਿਬ ਜੀ ਭਲੀ ਪ੍ਰਕਾਰ ਖੁਸ਼ ਹੋਏ ਹਨ। ਉਸ ਦੀ ਅੰਦਰੋਂ ਸਭ ਪ੍ਰਕਾਰ ਦੇ ਡਰ ਚਲੇ ਗਏ ਹਨ। ਨਾਮ ਨਿਰੰਜਨਾ ਮਨ ਮਹਲਾਏ। ਉਸ ਨੇ ਸ਼ੁੱਧ ਸਰੂਪ ਪਰਮਾਤਮਾ ਦੇ ਨਾਮ ਨੂੰ ਗੁਰਾਂ ਦੁਆਰਾ ਆਪਣੇ ਹਿਰਦੇ ਵਿੱਚ ਪ੍ਰਾਪਤ ਕੀਤਾ ਹੈ। ਦੀਨ ਦਿਆਲ ਸਦਾ ਕਿਰਪਾਲ। ਗਰੀਬਾਂ ਉੱਪਰ ਮਿਹਰ ਕਰਨ ਵਾਲਾ ਪਰਮਾਤਮਾ ਜਿਸ ਉੱਪਰ ਹਮੇਸ਼ਾ ਮਿਹਰਬਾਨ ਹੋਇਆ ਹੈ, ਕਿਉਂਕਿ ਉਹ ਹੈ ਹੀ ਕਿਰਪਾਲੂ ਦਿਆਲੂ ਮਿਹਰਬਾਨ ਹੈ। ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਨਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਬਿਨਸ ਗਾਏ ਸਗਲੇ ਜੰਜਾਲ। ਜਿਸ ਉੱਪਰ ਵਾਹਿਗੁਰੂ ਦਇਆ ਦਾ ਆਲਾ, ਆਲੇ 'ਚ ਚੀਜ਼ ਸਾਂਭੀ ਹੁੰਦੀ ਹੈ, ਦਇਆ ਦਾ ਘਰ ਕਿਰਪਾਲੂ ਹੋਇਆ, ਉਹਦੇ ਸਾਰੇ ਬੰਧਨ ਮੋਹ ਮਾਇਆ ਹੰਤਾ ਮਮਤਾ ਦੇ ਯਮਾਂ ਦੇ ਸਾਰੇ ਨਾਸ਼ ਹੋ ਗਏ ਹਨ। ਸਤਿਗੁਰ ਸਿੱਖ ਕੇ ਬੰਧਨ ਘਟ, ਗੁਰ ਕਾ ਸਿੱਖ बेकार ते हट। सतगुर सिख को नाम धन दे, गुर का सिख वडभागी है। सुख सहज आनंद कने, उसनू आत्मिक सुख शांति अते बेअंत आनंद प्राप्त होए हन। साध संग मिटे पै परमा, श्रेष्ठ महात्मा जना दी संगत करके उस दी अंदरों सारे डर अते भरम मिट गए हन। अमृत हर हर रसन पने, जिसने हरि भरे करने वाले हरि परमात्मा दे अमृत नाम नो अपनी जबान नाल उचारण कीता है। रहाओ विश्राम देकर फरमान करदे ने, चरण कमल स्यो लगो हेता, जिसदा परमात्मा दे चरण कमलों दे नाल प्यार लगिया है। खैन मह बिन से महा परेता, उस दे अंदरों दे अध्यास रूप वड्डा भूत एक क्षण दे विच ही नाश हो गया है। आठ पहर हर हर जप जाप, हे भाई तुम ही अठे पहर पाव रात दिन हरि परे करन वाले हरि परमात्मा दे नाम दे जाप नो जपना कर। राखन हार गोविंद गुर आप, फिर पूजनीक गोविंद परमात्मा या गुरु ते परमात्मा आप ही तेरी रखिया करने वाला होवेगा। अपने सेवक को सदा प्रतिपारै, ओह प्रभु आप दे दासां नूं हमेशा ही पालना करदा है। प्रत दासां दे ताई पारै पालदा है। भगत जना के सासन हारै, जिवें सखी मां बच्चे दे हरेक सवास नूं वाच करदी है, एक एक कदम नूं देखदी है, ਉਂਗਲਾਂ ਦੇ ਨਾਲ ਗਿੱਠਾਂ ਨਾਲ ਮਿਣ ਮਿਣ ਕੇ ਉਹਨੂੰ ਵੱਡੀਆਂ ਕਰਦੀ ਹੈ, ਹਮੇਸ਼ਾ ਉਸ ਦਾ ਖਿਆਲ ਰੱਖਦੀ ਹੈ। ਬੱਚਾ ਸਾਹ ਲੈਂਦਾ ਹੈ, ਮਾਂ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਹੈ ਵੀ ਜਾਗਦਾ ਹੈ ਕਿ ਸੁੱਤਾ ਹੈ, ਤੇ ਇਹਨੂੰ ਭੁੱਖ ਲੱਗੀ ਹੈ ਕਿ ਰੱਜ ਗਿਆ ਹੈ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਹੈ ਉਹ ਆਪਣੇ ਸੇਵਕ ਜਨਾਂ ਦੇ ਸਵਾਸ ਵੀ ਤੱਕਦਾ ਹੈ, ਭਾਵ ਕਿ ਇਹਨਾਂ ਨੂੰ ਕੋਈ ਦੁੱਖ ਨਾ ਹੋਵੇ, ਕੋਈ ਤਕਲੀਫ ਨਾ ਹੋਵੇ, ਪਰ ਹੋਵੇ महाराज दा असली भगत। मानस की कह के तक बात, मनुख तो बचाउण दी तां दसो किन्नी कु वड्डी गल है। जम तेरा दे कर हाथ, परमात्मा दा अपना किरपा रूपी हाथ दे के जमा तो भी रखिया करदा है। परमात्मा ने तां यम बनाए ने,
ਉਹਦੀ ਤਾਂ ਰਚਨਾ ਹੈ, ਜੇ ਉਹ ਰੱਖਿਆ ਕਰੇ ਤਾਂ ਇਹਦੇ ਵਿੱਚ ਕੋਈ ਅਸਰਜ ਗੱਲ ਨਹੀਂ। ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਪ੍ਰਮਾਤਮਾ ਰੱਖਦਾ ਹੈ। ਜਿਹੜੇ ਮਹਾਰਾਜ ਦੇ ਸੇਵਕ ਨੇ ਉਹਨਾਂ ਨੂੰ ਤਾਂ ਉਹਨੇ ਰੱਖਣਾ ਹੀ ਹੈ। ਜਿਹੜੇ ਉਹਦਾ ਨਾਮ ਜਪ ਕੇ ਉਹਨੂੰ ਪ੍ਰਾਪਤ ਕਰ ਚੁੱਕੇ, ਉਹਦੀ ਖੁਸ਼ੀ ਲੈ ਚੁੱਕੇ ਨੇ, ਜੇ ਉਹ ਵੀ ਕਿਸੇ ਮਰਨ ਵਾਲੇ ਕੋਲ ਖੜ ਜਾਣ ਜਾ ਕੇ, ਤਾਂ ਉਹਨਾਂ ਨੂੰ ਵੀ ਯਮ ਛੱਡ ਕੇ ਭੱਜ ਜਾਂਦੇ ਨੇ। ਇਹ ਦੱਸਣ ਵਾਲਿਆਂ ਨੇ ਜਿਨ੍ਹਾਂ ਕਮਾਈ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਜਿਸ ਵਕਤ ਇਨਸਾਨ ਚੜ੍ਹਾਈ ਕਰਦਾ ਹੈ ਤਾਂ ਉਸ ਵਕਤ ਹਰੇਕ ਬੰਦੇ ਨੂੰ ਯਮ ਲੈਣ ਆਉਂਦੇ ਨੇ। ਮੈਨੂੰ ਮਾਫ ਕਰਨਾ, ਸਿੱਖ ਕੋਈ ਵੱਖਰੇ ਨਹੀਂ ਹਨ, ਉਹ ਵੀ ਸੰਸਾਰ 'ਚ ਹੀ ਨੇ, ਭਾਵੇਂ ਕਿ ਅਸੀਂ ਅੰਮ੍ਰਿਤਧਾਰੀ ਵੀ ਹਾਂ। ਜਿੰਨਾ ਚਿਰ ਆਪਾਂ ਅਭਿਆਸ ਨਹੀਂ ਕਰਦੇ, ਗੁਰੂ ਸਾਹਿਬ ਦੀ ਕਿਰਪਾ ਹਾਸਲ ਨਹੀਂ ਕਰਦੇ। ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਬਚਨ ਹੈ ਕਿ ਉਹ ਸਾਰੇ ਜਮਾਂ ਦੇ ਵਸ ਪੈਂਦੇ ਨੇ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਤਰਦਾ ਹੈ। ਤੋ ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਹੈ। ਸੋ ਜਿਹੜੇ ਬ੍ਰਹਮ ਗਿਆਨੀ ਜੇ ਕਿਸੇ ਮਰਨ ਵਾਲੇ ਕੋਲ ਜਾ ਕੇ ਖਾੜੀ ਜਾਣ ਤਾਂ ਉਹਨਾਂ ਨੂੰ ਵੀ ਯਮਦੂਤ ਛੱਡ ਕੇ ਭੱਜ ਜਾਂਦੇ ਨੇ। ਲੱਖ ਕਰੋੜੀ ਬੰਧਨ ਭਰੈ, ਹਰਿ ਕਾ ਨਾਮ ਜਪਤ ਨਿਸਤਰ। ਜੇ ਲੱਖਾਂ ਕਰੋੜਾਂ ਵੀ ਬੰਧਨ ਪਏ ਹੋਣ ਤਾਂ ਇੱਕਦਮ ਹੀ ਉਹ ਮਹਾਰਾਜ ਦਾ ਨਾਮ ਜਪਦਿਆਂ ਜਾਂ ਨਾਮ ਜਪਣ ਵਾਲਿਆਂ ਦੇ ਕੋਲ ਖੜਨ ਤੋਂ ਛੱਡ ਕੇ ਭੱਜ ਜਾਂਦੇ ਨੇ। ਇੱਕ ਗੁਰਮੁਖ ਦੀ ਮੈਂ ਇੰਟਰਵਿਊ ਵੇਖੀ ਅਮਰੀਕਾ ਦੇ ਵਿੱਚ, ਅੱਜ ਵੀ ਉਹ ਜਿਉਂਦਾ ਹੈ। ਉਹਨੇ ਆਪਦੀ ਜ਼ੁਬਾਨ ਤੋਂ ਦੱਸਿਆ ਕਿ ਮੈਨੂੰ ਯਮਦੂਤ ਲਿਜਾ ਰਹੇ ਸੀਗੇ, ਬੜਾ ਮਾਰਦੇ ਕੁੱਟਦੇ, ਤੇ ਜਦੋਂ ਫੜ ਕੇ ਉਹਨਾਂ ਨੇ ਲੱਤਾਂ ਤੋਂ, ਦੋਨਾਂ ਦੇ ਬਾਹਾਂ ਤੋਂ ਬੈਤਰਨੀ ਨਦੀ 'ਚ ਸੁੱਟਣਾ ਸੀ ਅਜੇ, ਤੇ ਮੇਰੀ ਡਾਟ ਨਿਕਲ ਗਈ, ਮੇਰੀ ਚੀਕ ਨਿਕਲ ਗਈ। ਤੇ ਮੈਂ ਰੱਬ ਨੂੰ ਯਾਦ ਕੀਤਾ ਵੀ ਮਹਾਰਾਜ ਜੀ ਕਿਹਨਾਂ ਦੇ ਵਸ ਪਾਤਾ। ਅਸਲ 'ਚ ਜੀਵ ਆਤਮਾ ਨਾ ਡੁੱਬਦੀ ਹੈ ਨਾ ਸੜਦੀ ਹੈ, ਪਰ ਜਿਵੇਂ ਬੰਦਾ ਪਾਣੀ 'ਚ ਡੁਬਕੀਆਂ ਲੈਂਦਾ, ਸਾਹ ਘੁੱਟਦਾ, ਉਹ ਜਾਪਦਾ ਵੀ ਮੈਂ ਮਰ ਚੱਲਿਆ, ਦੁੱਖ ਭੋਗਦਾ, ਇਸ ਤਰ੍ਹਾਂ ਆਤਮਾ ਨੂੰ ਮਹਿਸੂਸ ਹੁੰਦਾ ਵੀ ਮੈਂ ਮਰ ਚੱਲੀ, ਮਰਦੀ ਨਹੀਂ ਹੈ, ਦੁੱਖ ਭੋਗਦੀ ਉਸ ਤਰ੍ਹਾਂ। ਅੱਗ 'ਚ ਸੜਦੀ ਹੋਈ ਵੀ ਮਹਿਸੂਸ ਕਰਦੀ ਹੈ ਵੀ ਮੈਂ ਸੜ ਰਹੀ ਹਾਂ। ਕਹਿੰਦੇ ਕਿ ਨਿਹੰਗ ਸਿੰਘਾਂ ਦੀ ਬਾਣੀ 'ਚ ਵਰਸ਼ਾ ਫੜਿਆ ਹੋਇਆ, ਉਹ ਅੱਗੇ ਆ ਕੇ ਖੜ ਗਿਆ, ਉਹਨੇ ਦਬਕਾ ਮਾਰਿਆ, ਓਏ ਇਹਨੂੰ ਕਿੱਧਰ ਲਈ ਜਾ ਰਹੇ ਹੋ, ਕੀ ਕਰਨ ਲੱਗੇ ਹੋ, ਇਹਨੇ ਤੁਹਾਡਾ ਕੀ ਵਿਗਾੜਿਆ, ਇਹਨੂੰ ਨਦੀ ਸੁੱਟਣ ਲੱਗੇ ਹੋ, ਛੱਡ ਦਿਓ ਇਹਨੂੰ, ਮੈਂ ਇਹਦੇ ਕੋਲ ਪੈਸੇ ਲੈਣੇ ਨੇ। ਹਾਂ ਬਈ ਦੱਸ, ਪੈਸੇ ਨਹੀਂ ਦਿੱਤੇ, ਕਿੱਧਰ ਨੂੰ ਜਾ ਰਹੇ ਆ। ਕਹਿੰਦੇ ਬਸ ਇੰਨੀ ਆਵਾਜ਼ ਪਈ ਤੇ ਉਹ ਮਹਾਂਪੁਰਖਾਂ ਦੇ ਦਰਸ਼ਨ ਹੋਏ ਤੇ ਉਹ ਛਿੰਨ ਬਿੰਨ ਹੋ ਗਿਆ ਸਭ ਕੁਛ। ਇੱਕਦਮ ਮੈਂ ਭੜਵਾਏ ਉੱਠਿਆ, ਸੋਚਿਆ ਵੀ ਮੈਂ ਤਾਂ ਚੰਗਾ ਭਲਾ ਹਾਂ। ਵੈਸੇ ਕਹਿੰਦਾ ਵੀ ਟਰੱਕ ਚਲਾਉਂਦਿਆਂ, ਟਰਾਲਾ ਚਲਾਉਂਦਿਆਂ ਅੰਦਰ ਅੱਗ ਦਾ ਗੋਲਾ ਜਿਹਾ ਗੁੱਬ ਘਬਾਟ ਜਿਹਾ ਉੱਠਿਆ ਸੀਗਾ, ਤੇ ਮੈਂ ਉਹ ਲੇਹ ਬਾਈ ਤੇ ਲਾ ਕੇ, ਜਿਹੜੀ ਰੈਸਟ ਵਾਲੀ ਰੋਡ ਹੁੰਦੀ, ਥੱਲੇ ਉਤਰਨ ਲੱਗਾ ਤੇ ਮੂੰਹ ਪਰਨੇ ਥੱਲੇ ਡਿੱਗ ਪਿਆ, ਨੱਕ ਮੂੰਹ ਚੋਂ ਖੂਨ ਵਗਣ ਲੱਗ ਪਿਆ, ਨਾਲ ਦੇ ਛੱਡ ਕੇ ਭੱਜ ਗਏ। ਦੂਰੋਂ ਵੇਖਣ ਵਾਲਿਆਂ ਨੇ ਐਂਬੂਲੈਂਸ ਨੂੰ ਫੋਨ ਕਰਕੇ ਤੇ ਹਸਪੀਟਲ, ਕਹਿੰਦੇ ਮੈਂ ਡਾਕਟਰਾਂ ਦੇ ਵਿਚਕਾਰ ਸੀਗਾ ਤੇ ਚੰਗੀ ਤਗੜੀ ਟੀਮ, 5-7 ਡਾਕਟਰ ਤੇ ਡਾਕਟਰਨੀਆਂ। ਜਦ ਉਹਨੇ ਮੈਨੂੰ ਵੇਖਿਆ ਵੀ ਬੰਦਾ ਬੜਵਾਏ ਉੱਠ ਖਲੋਤਾ, ਉਹ ਨੱਚਣ ਲੱਗ ਪਏ, ਕਈਆਂ ਗਲਵਕੜੀ ਪਾ ਲਈ, ਇੰਨੀ ਖੁਸ਼ੀ ਮਨਾਈ। ਕਹਿੰਦੇ ਮੇਰੇ ਘਰਦਿਆਂ ਨੇ ਵੀ ਨਹੀਂ ਖੁਸ਼ੀ ਮਨਾਈ ਹੋਣੀ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਵੀ ਬੰਦਾ ਮਰ ਗਿਆ ਸਾਡਾ। ਬਾਅਦ 'ਚ ਫੋਨ ਕਰਕੇ ਦੱਸਿਆ ਵੀ ਮਰਿਆ ਬੰਦਾ ਤੁਹਾਡਾ ਆ ਗਿਆ ਜੀ। ਉਹ ਇੰਨੇ ਖੁਸ਼ ਹੋਏ ਵੀ ਤੁਸੀਂ, ਕਹਿੰਦੇ ਉਹਨੇ ਪੁੱਛਿਆ ਵੀ ਮੈਨੂੰ ਕੀ ਹੋਇਆ, ਕਹਿੰਦੇ 4-5 ਘੰਟੇ ਹੋ ਗਏ ਤੁਹਾਨੂੰ ਮਰਿਆ ਨੂੰ, ਸਾਡੀਆਂ ਮਸ਼ੀਨਾਂ ਦੱਸਦੀਆਂ ਨੇ। ਫਿਰ ਕਹਿੰਦਾ ਯਾਦ ਆਇਆ ਵੀ ਹਾਂ ਸੱਚਮੁੱਚ ਇਹ ਸੁਪਨਾ ਸੱਚਾ ਹੀ ਸੀਗਾ। ਤੋ ਜਿਹੜੇ ਬਾਣੀ ਵਿੱਚ ਦਰਸ਼ਨ ਹੋਏ, ਉਹ ਟਰੇਸੀ ਗੁਰਦੁਆਰਾ
ਕੈਲੀਫੋਰਨੀਆ। ਰਾਗੀ ਸਿੰਘ ਦਮਦਮੀ ਟਕਸਾਲ ਦੇ ਗੁਰਮੁਖ ਪਿਆਰੇ ਉੱਥੇ ਕੀਰਤਨ ਕਰਦੇ ਨੇ ਤੇ ਪਟਿਆਲੇ ਉਹਨਾਂ ਦਾ ਨਿਵਾਸ ਹੈ। ਉਹਨਾਂ ਨੇ ਕਹਿੰਦੇ ਵੀ ਉਧਾਰੇ ਪੈਸੇ ਦਿੱਤੇ ਸੀਗੇ। ਜਦੋਂ ਮੈਂ ਇੰਗਲੈਂਡ ਤੋਂ ਮੂਵ ਹੋ ਕੇ ਅਮਰੀਕਾ ਆਇਆ, ਮੈਨੂੰ ਪੈਸੇ ਦੀ ਜ਼ਰੂਰਤ ਸੀ। ਉਹਦੇ ਵਿੱਚੋਂ ਕਹਿੰਦੇ ਮੈਂ ਕੁਛ ਮੋੜ ਦਿੱਤੇ ਤੇ ਕੁਛ ਦੇਣ ਵਾਲੇ ਸੀਗੇ। ਹੈ ਉਹ ਰੱਬ ਦੇ ਭਗਤ, ਉਹਨਾਂ ਦਾ ਨਾਂ ਹੀ ਰੱਬ ਜੀ ਹੈ। ਨਾਂ ਤਾਂ ਮੈਨੂੰ ਵੀ ਨਹੀਂ ਪਤਾ ਵੀ ਕੀ ਹੈ, ਚੇਤਾ ਭੁੱਲ ਜਾਂਦਾ। ਤੇ ਉਹਨਾਂ ਨੂੰ ਰੱਬ ਜੀ ਕਹਿੰਦੇ ਨੇ, ਮਤਲਬ ਸੁਭਾਅ ਰੱਬ ਵਰਗਾ, ਬਹੁਤ ਨਾਈਸ। ਕਦੀ ਮੰਗੇ ਵੀ ਨਹੀਂ ਪੈਸੇ ਤੇ ਦੇਣ ਲੱਗਿਆ ਵੀ ਨਹੀਂ ਆਖਿਆ ਵੀ ਫਲਾਣੇ ਦਿਨ ਲੈਣੇ ਨੇ। ਇੰਨੇ ਗੁਰਮੁਖ ਕਹਿੰਦੇ ਡਾਲਰ ਮੈਂ ਉਹਨਾਂ ਦਾ ਮੋੜਿਆ। ਪਰ ਇੰਨੀ ਅਕਲ ਆਈ ਕਿ ਡਾਕਟਰਾਂ ਨੇ ਭਾਵੇਂ ਆਖਿਆ ਵੀ ਤੁਹਾਨੂੰ ਹੁਣ ਹਾਰਡ ਵਰਕ ਨਹੀਂ ਕਰਨਾ ਚਾਹੀਦਾ, ਕਹਿੰਦੇ ਹੁਣ ਮੈਂ ਫਿਰ ਟਰਾਲਾ ਚਲਾਉਣਾ, ਚੰਗਾ ਭਲਾ। ਤੇ ਮੈਂ ਸੋਚਿਆ ਵੀ ਇਹ ਜਿਹੜੀ ਜਾਨ ਹੈ ਇਹ ਰੱਬ ਨੇ ਦੁਬਾਰ ਤੋਂ ਮੈਨੂੰ ਬਖਸ਼ੀ ਹੈ। ਤੇ ਹੈ ਉਹ ਕਥਾਵਾਚਕ ਅੰਮ੍ਰਿਤਧਾਰੀ, ਕਹਿੰਦਾ ਬਾਣੀ ਪੜ੍ਹਨ ਵਾਲਾ। ਦੱਸੋ ਕਿੰਨੀ ਹੈਰਾਨੀ ਦੀ ਗੱਲ ਹੈ। ਫਿਰ ਵੀ ਕਹਿੰਦਾ ਵੀ ਮੈਂ ਸ਼ਰਮ ਨਹੀਂ ਕਰਦਾ ਤੁਹਾਨੂੰ ਦੱਸਣ ਲੱਗਿਆ। ਤੇ ਮੈਨੂੰ ਯਮਦੂਤ ਲੈ ਕੇ ਜਾ ਰਹੇ ਸੀਗੇ। ਫਿਰ ਕਹਿੰਦਾ ਮੈਂ ਦਾਨ ਪੁੰਨ ਘਰਦਿਆਂ ਤੋਂ ਚੋਰੀ ਵੀ ਕਰ ਦੇਈਦਾ, ਕਿਸੇ ਦੀ ਲੋੜ ਉਹਨੂੰ ਪੂਰੀ ਕਰ ਦੇਣਾ। ਦਿੱਤੇ ਹੋਏ ਪੈਸੇ ਮਤਲਬ ਜਿਹਦੇ ਕੋਲੋਂ ਉਧਾਰੇ ਲਏ ਨੇ ਉਹਨੂੰ ਤਾਂ ਵਾਪਸ ਕਰਨੇ ਹੀ ਨੇ, ਤੇ ਹੋਰ ਵੀ ਵੱਧ ਕੇ ਦਸਵੰਧ ਤੋਂ ਵੀ ਇਲਾਵਾ। ਕਿਤੇ ਕਿਸੇ ਨੂੰ ਐਮਰਜੈਂਸੀ ਕੋਈ ਜ਼ਰੂਰਤ ਹੈ, ਜਿਸ ਤਰ੍ਹਾਂ ਮੇਰੀ ਲੋੜ ਪੂਰੀ ਹੋਈ, ਮੈਨੂੰ ਪਤਾ ਵੀ ਹਰੇਕ ਇਨਸਾਨ ਦੀ ਆਪਦੀ ਲੋੜ ਹੈ। ਤਾਂ ਇਸ ਤਰ੍ਹਾਂ ਮੈਂ ਕਿਸੇ ਨੂੰ ਮਜਬੂਰ ਵੇਖ ਕੇ ਉਹਦੀ ਪੁੱਜ ਕੇ ਮਦਦ ਕਰਦਾ, ਔਰ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਜਿਨ੍ਹਾਂ ਦੇ ਵੱਸ ਮੈਂ ਸੁਪਨੇ ਵਿੱਚ ਪਿਆ ਸੀ, ਸੁਪਨਾ ਹੀ ਸੀ ਇੱਕ, ਵੀ ਮਹਾਰਾਜ ਹੁਣ ਦੁਬਾਰਾ ਤੋਂ ਉਹਨਾਂ ਦੇ ਵੱਸ ਨਾ ਪੈਣਾ ਪਵੇ, ਕਿਉਂਕਿ ਅਕਲ ਆ ਗਈ। ਤਾਂ ਇਸ ਲਈ ਜੋ ਮਹਾਰਾਜ ਦਾ ਨਾਮ ਹੈ, ਭਾਵੇਂ ਕੋਈ ਗੁਣੀ ਗਿਆਨੀ ਵੀ ਹੈ, ਇਹ ਤਾਂ ਸਿਪਾਹੀਆਂ ਵਰਗੀ ਜੋਬ ਹੈ। ਆ ਜਿਹੜੇ ਚਬੂਤਰੇ 'ਚ ਖੜੋਤੇ ਹੁੰਦੇ ਨੇ, ਸਾਰੀ ਦਿਹਾੜੀ ਉੱਥੇ ਖੜੇ ਵਿਚਾਰੇ ਸੁੱਕ ਜਾਂਦੇ ਨੇ ਧੁੱਪ ਦੇ ਵਿੱਚ, ਠੰਡ ਦੇ ਵਿੱਚ, ਕਦੀ ਸੱਜੇ ਕਦੀ ਖੱਬੇ। ਸਾਰੀ ਦੁਨੀਆ ਲੰਘ ਜਾਂਦੀ ਹੈ ਉਹਨਾਂ ਦੇ ਇਸ਼ਾਰਿਆਂ ਦੇ, ਪਰ ਉਹ ਆਪ ਉੱਥੇ ਹੀ ਖੜੋਤੇ ਰਹਿੰਦੇ ਨੇ। ਜਿਵੇਂ ਕੋਈ ਕੋਠੇ ਤੇ ਖੜਾ ਦੂਜਿਆਂ ਨੂੰ ਰਾਹ ਦੱਸੀ ਜਾਏ ਤੇ ਪੁੱਛਣ ਵਾਲੇ ਆਪਦੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ। ਇਉਂ ਗੁਣੀਆਂ ਗਿਆਨੀਆਂ ਦੀ ਬੜੀ ਬੁਰੀ ਹਾਲਤ ਹੈ। ਉਹ ਲੋਕਾਂ ਨੂੰ ਤਾਂ ਸਮਝਾ ਕੇ ਚੰਗੇ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਆਪ ਉਹਨਾਂ ਦਾ ਜਿਹੜਾ ਜੀਵਨ ਨਿੱਘਰਦਾ ਜਾਂਦਾ ਬਿਨਾਂ ਕਮਾਈ ਤੋਂ। ਕਬੀਰ ਅਵਰਹ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ, ਰਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ। ਕਹਿੰਦੇ ਰਾਵਣ ਵੀ 4 ਵੇਦਾਂ ਦਾ ਵਕਤਾ ਸੀ, ਉਹਨੂੰ ਜ਼ਬਾਨੀ ਯਾਦ ਸੀਗਾ ਤੇ ਉਹ ਕਥਾਵਾਚਕ ਪੰਡਤ ਦਾ ਮੁੰਡਾ ਸੀਗਾ। ਤੇ ਪਰ ਜਦ ਕਰਮ ਚੰਗੇ ਨਹੀਂ ਹੋਏ, ਅਭਿਆਸ ਨਹੀਂ ਕੀਤਾ, ਫਿਰ ਪਾਰ ਉਤਾਰਾ ਕਿਵੇਂ ਹੋਵੇਗਾ। ਇਸ ਲਈ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਜਿਵੇਂ ਦੂਜਿਆਂ ਦੀ ਜੌਬ ਹੈ, ਇਸ ਤਰ੍ਹਾਂ ਜੇ ਬੰਦੇ ਨੇ ਜੌਬ ਬਣਾ ਲਈ, ਬਿਜ਼ਨਸ ਬਣਾ ਲਿਆ, ਠੇਕੇਦਾਰੀ ਸਿਸਟਮ ਬੰਦੇ ਰੱਖ ਕੇ ਕੰਮ ਕਰਾਈ ਗਏ, ਆਪ ਪ੍ਰੋਫਿਟ ਲਈ ਗਏ। ਹਰੇਕ ਕੰਮ 'ਚ ਇਸੇ ਤਰ੍ਹਾਂ ਹੀ ਹੈ। ਜੇ ਗੁਰਦੁਆਰਿਆਂ 'ਚ ਵੀ ਐਸਾ ਹੋਇਆ ਤਾਂ ਫਿਰ ਕੋਈ ਲਾਭ ਤਾਂ ਨਾ ਮਿਲਿਆ। ਬਿਨ ਹਰ ਭਜਨ ਨਹੀਂ ਛੁਟਕਾਰਾ, ਭਜਨ ਤੋਂ ਬਗੈਰ ਛੁਟਕਾਰਾ ਨਹੀਂ ਹੋਣਾ। ਜਿੱਦਣ ਹੋਣਾ ਖੁਦ ਆਪ ਭਜਨ ਕਰਕੇ ਹੋਣਾ। ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਤੋ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ, ਜੇ ਉਹਨਾਂ ਦੀ ਕਿਰਪਾ ਹੋ ਜਾਏ ਤਾਂ ਦੱਸੋ ਸਿਪਾਹੀਆਂ ਦੀ, ਇਹਨਾਂ ਫੌਜੀਆਂ ਦੀ, ਪੁਲਿਸੀਆਂ ਦੀ ਤਾਂ ਕੀ ਗੱਲ ਕਹਿਣੀ ਹੈ, ਬੰਦਿਆਂ ਦੀ ਤਾਂ, ਚੋਰ ਚੱਕਿਆਂ ਦੀ ਤਾਂ ਭਲਾ ਕੀ ਗੱਲ ਕਹਿਣੀ। ਉਹ ਪਰਮਾਤਮਾ ਦਾ ਕਿਰਪਾ ਦਾ ਹੱਥ ਦੇ ਕੇ ਜਮਾਂ ਤੋਂ ਹੀ ਰੱਖਿਆ ਕਰਦਾ ਹੈ। ਨਿਰਮਲ ਸੋਭਾ ਨਿਰਮਲ ਰੀਤਾ, ਉਸ ਮਨੁੱਖ ਦੀ ਵਡਿਆਈ ਵੀ ਉਜਲ ਹੈ ਅਤੇ ਉਸ ਦੀ ਸੰਸਾਰ ਤੋਂ ਮਰਜ਼ਾਦਾ ਵੀ ਉਜਲ ਹੈ। ਪਾਰ ਬ੍ਰਹਮ ਆਇਆ ਮਨ ਚੀਤਾ, ਜਿਸ ਮਨੁੱਖ ਨੂੰ ਆਪਣੇ ਮਨ ਦੀ ਚਿਤਵਨੀ ਵਿੱਚ ਪਰਮਾਤਮਾ ਚੇਤੇ ਆਇਆ ਹੈ,
ਕਿਸੇ ਦੁਬਈ ਦੇ ਹੈੱਡ ਗ੍ਰੰਥੀ ਦੀ ਵੀ ਮੈਂ ਇੰਟਰਵਿਊ ਵੇਖੀ, ਉਹਨੇ ਦੱਸਿਆ ਕਿ ਕਿਸੇ ਨੇ ਸ਼ਿਕਾਇਤ ਲਾਈ ਗੁਰੂ ਘਰ ਦੀ ਵੀ ਇੱਥੇ ਮੁਸਲਮਾਨਾਂ ਨੂੰ ਮਾੜਾ ਕਹਿੰਦੇ ਨੇ। ਹੁਣ ਇਤਿਹਾਸ ਦੇ ਵਿੱਚ ਉਹ ਔਰੰਗਜ਼ੇਬ ਦਾ ਨਾਂ ਤਾਂ ਆਉਣਾ ਹੀ ਆਉਣਾ। ਉਹ ਦੁਬਈ 'ਚ ਸਾਰੇ ਹੀ ਮੁਸਲਮਾਨ ਨੇ, ਕੰਟਰੀ ਉਹਨਾਂ ਦੀ ਹੈ। ਸ਼ੇਖ ਨੇ ਗੁਰਦੁਆਰੇ ਮੈਸੇਜ ਭੇਜਤਾ ਵੀ ਆਓ ਜਵਾਬ ਦਿਓ। ਪ੍ਰਬੰਧਕ ਨੇ ਚੁੱਕ ਕੇ ਮੈਨੂੰ ਪੇਸ਼ ਕਰਤਾ। ਮੈਨੂੰ ਜਾਣਾ ਪੈਣਾ ਸੀਗਾ ਕਿਉਂਕਿ ਮੈਂ ਮੁੱਖ ਸੇਵਾਦਾਰ ਸੀ। ਉਹ ਗੱਲਾਂ ਬਾਤਾਂ ਦੇ ਵਿੱਚ ਤੈਸ਼ 'ਚ ਆ ਗਏ ਕਿਉਂਕਿ ਮੈਂ ਉਹਨਾਂ ਦੀ ਗੱਲ 'ਚ ਹਾਂ ਨਹੀਂ ਮਿਲਾਈ। ਮੈਂ ਕਿਹਾ ਗੁਰਬਾਣੀ ਤਾਂ ਸਭ ਤੋਂ ਉੱਤਮ ਹੈ ਤੇ ਜਿਹੜੇ ਮਾੜੇ ਕਰਮ ਕਰਦੇ ਨੇ ਉਹਨਾਂ ਦਾ ਨਾਮ ਮਾੜਾ ਗਿਣਿਆ ਜਾਂਦਾ, ਪਰ ਬਾਣੀ ਵਿੱਚ ਕਿਸੇ ਨੂੰ ਮਾੜਾ ਨਹੀਂ ਆਖਿਆ, ਸੱਚੀ ਗੱਲ ਕਹੀ ਹੈ। ਤੇ ਇਉਂ ਗੱਲਾਂ ਬਾਤਾਂ ਦੇ ਵਿੱਚ ਉਹਨੇ ਗੁੱਸੇ 'ਚ ਆ ਕੇ ਮੈਨੂੰ ਜੇਲ੍ਹ 'ਚ ਸੁੱਟਤਾ। ਮੈਂ ਕਹਿੰਦੇ ਬੜਾ ਔਖਾ, ਨਾ ਕੁਝ ਖਾਵਾਂ ਨਾ ਪੀਵਾਂ, ਹਫ਼ਤਾ ਹੋ ਗਿਆ ਭੁੱਖੇ ਮਰਦਿਆਂ। ਸ਼ਾਇਦ ਇਹਦੇ ਤੋਂ ਜ਼ਿਆਦਾ ਦਿਨ ਵੀ ਉਹਨੇ ਦੱਸੇ, ਮੈਨੂੰ ਖਿਆਲ ਭੁੱਲ ਗਿਆ। ਕਹਿੰਦਾ ਭੁੱਖ ਨਾ ਜਾਨ ਨਿਕਲੇ ਤੇ ਛੋਟਾ ਜਿਹਾ ਮੂੰਹ ਬਣ ਗਿਆ, ਛੁੱਟਣ ਦੀ ਆਸ ਕੋਈ ਨਾ, ਕਿਉਂਕਿ ਲੋਕ ਸਾਰੇ ਡਰਨ ਵੀ ਜੇ ਅਸੀਂ ਹਾਮੀ ਭਰੀ ਤੇ ਨਾ ਚੁੱਕ ਕੇ ਮੈਨੂੰ ਵੀ ਅੰਦਰ ਕਰ ਦੇਣਾ। ਕਹਿੰਦੇ ਭਜਨ ਮੈਂ ਕਰੀ ਜਾਵਾਂ, ਬਾਣੀ ਪੜ੍ਹੀ ਜਾਵਾਂ, ਸਿਮਰਨ ਕਰਦਿਆਂ ਮਨ ਜਾਇਆ ਵੀ ਮਣਾ ਬਾਣੀ 'ਚ ਲਿਖਿਆ ਹੋਇਆ ਹੈ ਵੀ ਮਹਾਰਾਜ ਖਾਣ ਨੂੰ ਮਿੱਠੇ ਭੋਜਨ ਦਿੰਦਾ, ਸਲੂਣੇ ਭੋਜਨ ਦਿੰਦਾ, ਸਭ ਰਸ ਮਿੱਠੇ ਮੁਖ ਲੱਗਿਆ ਜਾਂ ਹਰ ਗੁਣ ਗਾਵੇ। ਵੀ ਇੰਨਾ ਚਿਰ ਹੋ ਗਿਆ ਬਾਣੀ ਪੜ੍ਹਦਾ, ਨਾਮ ਜਾਂਦਾ, ਭੁੱਖੇ ਮਰਨ ਰਹੇ ਆ, ਕੀ ਸਾਡੀ ਜ਼ਬਾਨ ਨੂੰ ਮਿੱਠਾ ਲੱਗਾ? ਕੁਛ ਵੀ ਨਹੀਂ। ਬ੍ਰਹਮ ਗਿਆਨੀ ਦਾ ਭੋਜਨ ਗਿਆਨ, ਕਿਹੜਾ ਗਿਆਨ ਹੈ ਜਿਹੜਾ ਭੋਜਨ ਮਿਲਦਾ? ਥਾਲ ਵਿੱਚ 3 ਵਸਤੂ ਪਈ ਹੋ, ਸਤਸੰਗ ਕਿਹੜੀਆਂ ਵਸਤੂਆਂ ਸਾਨੂੰ ਤਾਂ ਕਦੀ ਮਿਲੀਆਂ ਨਹੀਂ। ਭੁੱਖੇ ਮਰ ਰਹੇ ਆ। ਇਹਨਾਂ ਨਾਮ ਜਪਿਆ, ਬਾਣੀ ਪੜ੍ਹੀ, ਅਰਦਾਸਾਂ ਕੀਤੀਆਂ ਵੀ ਕੁਛ ਖਾਣ ਨੂੰ ਮਿਲੇ ਰਹਿਤ ਵਾਲਾ। ਕਹਿੰਦਾ ਇੱਕਦਮ ਮਹਿਸੂਸ ਹੋਇਆ ਵੀ ਕੜਾਹ ਪ੍ਰਸ਼ਾਦ ਬਣ ਰਿਹਾ ਤੇ ਉਹਦੇ ਵਿੱਚੋਂ ਜਿਹੜੀ ਭਾਫ਼ ਉੱਡਦੀ ਸੀਗੀ ਸ਼ਹੀਦਾਂ ਸਿੰਘਾਂ ਨੂੰ, ਉਹ ਸਾਡੇ ਵਾਂਗ ਕੜਾਹ ਪ੍ਰਸ਼ਾਦ ਬੁੱਕ 'ਚ ਲੈ ਕੇ ਬੁਰਕੀ ਮੂੰਹ 'ਚ ਨਹੀਂ ਪਾਉਂਦੇ ਜਾਂ ਰੋਟੀ ਦੀ ਬੁਰਕੀ ਤੋੜ ਕੇ ਨਹੀਂ ਖਾਂਦੇ। ਜੋ ਭੋਜਨ ਬਣਦਾ ਹੈ ਸੁੱਚਾ ਭੋਜਨ ਲੰਗਰ ਦੇ ਵਿੱਚ, ਉਹਦੀ ਜਿਹੜੀ ਸਮੈਲ ਹੈ, ਫਰਾਗਰੈਂਸ ਹੈ, ਸੁਗੰਧੀ ਹੈ, ਉਹੀ ਇਹਨਾਂ ਪਵਿੱਤਰ ਆਤਮਾ ਨੂੰ ਜਦ ਪ੍ਰਾਪਤ ਹੁੰਦੀ ਹੈ ਉਹਦੇ ਨਾਲੋਂ ਰਾਜੇ ਜਾਂਦੇ ਨੇ। ਸੂਖਸ਼ਮ ਆਤਮਾਵਾਂ, ਸਥੂਲ ਸਰੀਰ ਨੂੰ ਸਥੂਲ ਅੰਨ ਦੀ ਲੋੜ ਹੈ। ਕਹਿੰਦਾ ਮੈਨੂੰ ਉਹ ਜਦ ਸੁਗੰਧੀ ਆਈ ਪ੍ਰਸ਼ਾਦ ਬਣਨ ਦੀ, 4 ਚੁਫੇਰੇ ਵੇਖਿਆ ਵੀ ਬਾਬਾ ਤਾਂ ਕੋਈ ਵੀ ਨਹੀਂ, ਜਿਸ ਤਰ੍ਹਾਂ ਸੰਗਰਾਂਦ ਹੁੰਦੀ ਹੈ ਤੇ ਇਸ ਤਰ੍ਹਾਂ ਕੜਾਹ ਪ੍ਰਸ਼ਾਦ ਬਣ ਰਿਹਾ ਹੈ ਵਿੱਚ ਜਿਸ ਤਰ੍ਹਾਂ ਜਲ ਪਾਈਦਾ ਤੇ ਉਹ ਸਮੈਲ ਆਉਂਦੀ। ਇੱਕਦਮ ਕੰਨਾਂ 'ਚ ਆਵਾਜ਼ ਆਈ, ਕਹਿੰਦੇ ਲੈ ਭਾਈ ਛਕ ਲਾ। ਸੋ 2.5 ਕਿਲੋ ਦੀ ਦੇਗ, ਮੈਨੂੰ ਕਹਿੰਦਾ ਦਰਸ਼ਨ ਵੀ ਹੋਏ, ਵਿੱਚੋਂ ਭਾਫ਼ ਨਿਕਲਦੀ ਹੈ ਤੇ ਕੰਨ 'ਚ ਮਹਾਰਾਜ ਨੇ ਆਖਿਆ ਵੀ ਇਸ ਤਰ੍ਹਾਂ ਅਸੀਂ ਲੰਗਰ ਨਹੀਂ ਲਾਇਆ ਹੋਇਆ, ਕੋਈ ਹਲਵਾਈ ਨਹੀਂ ਰੱਖੇ ਆ ਲੱਡੂ ਜਲੇਬੀਆਂ ਕੱਢਣ ਲਈ ਜਾਂ ਲੰਗਰ ਬਣਾਉਣ ਲਈ, ਸਾਡਾ ਇਹੀ ਭੋਜਨ ਹੈ ਨਾਮ ਦਾ, ਆ ਫੜ ਛਕ ਲਾ। ਕਹਿੰਦਾ ਉਹ ਮਹਾਰਾਜ ਦੀ ਕਿਰਪਾ ਹੋਈ, ਮੇਰਾ ਢਿੱਡ ਭਰ ਗਿਆ ਵੀ ਜਿਸ ਤਰ੍ਹਾਂ ਰੱਜ ਕੇ ਪ੍ਰਸ਼ਾਦ ਛਕਿਆ। ਮੁੜ ਕੇ ਕਹਿੰਦਾ ਭੁੱਖ ਨਹੀਂ ਲੱਗੀ। ਤੇ ਥੋੜ੍ਹੇ ਕੁ ਦਿਨ ਹੋਏ ਉਹਨਾਂ ਮੈਨੂੰ ਡਿਪੋਰਟ ਕਰਕੇ ਜਹਾਜ਼ੇ ਚੜਾ ਦਿੱਤਾ ਤੇ ਮੈਂ ਇੰਡੀਆ ਪਹੁੰਚ ਗਿਆ, ਮੇਰਾ ਛੁਟਕਾਰਾ ਹੋ ਗਿਆ। ਇਸ ਵਾਸਤੇ ਮਹਾਰਾਜ ਜਮਾਂ ਤੋਂ ਵੀ ਰੱਖਦਾ ਹੈ। ਨਿਰਮਲ ਸੋਭਾ ਨਿਰਮਲ ਰੀਤਾ, ਉਸ ਮਨੁੱਖ ਦੀ ਵਡਿਆਈ ਵੀ ਉਜਲ ਤੇ ਸੰਸਾਰ ਤੋਂ ਮਰਜ਼ਾਦਾ ਵੀ ਉਜਲ ਹੈ। ਪਾਰ ਬ੍ਰਹਮ ਆਇਆ ਮਨ ਚੀਤਾ, ਜਿਸ ਮਨੁੱਖ ਨੂੰ ਆਪਣੇ ਮਨ ਦੀ ਚਿਤਵਨੀ ਵਿੱਚ ਪਰਮਾਤਮਾ ਚੇਤੇ ਆਇਆ ਹੈ। ਕਰ ਕਿਰਪਾ ਗੁਰ ਦੀਨੋ ਦਾਨ, 24 ਦਸੰਬਰ ਦਾ ਅੰਮ੍ਰਿਤ ਵੇਲਾ ਸੀ 2:30 ਵਜੇ। ਦੇਸ਼ ਸੀ ਅਮਰੀਕਾ। ਮਹਾਂਪੁਰਖ ਦਮਦਮੀ ਟਕਸਾਲ ਦੇ ਜਿਹੜੇ 25 ਸਾਲ ਗੁਪਤ ਸੇਵਾ ਕਰ ਗਏ, ਬਾਬਾ ਠਾਕੁਰ ਸਿੰਘ ਸਾਹਿਬ ਜੀ ਨੇ ਚੱਟਾ ਚੋਲਾ ਪਾਇਆ, ਗਲ 'ਚ ਪਰਨਾ ਤੇ ਨੀਲੀ ਪੱਗ, ਆਖਿਆ ਵੀ ਲਿਆ ਲੱਖ ਰੁਪਈਆ ਸੰਗਤ ਦੀ ਸੇਵਾ ਦੇ ਵਿੱਚ ਦੇ ਤੇ ਜੋ ਤੂੰ ਅਰਦਾਸ ਕੀਤੀ ਆ ਉਹ ਤੇਰੀ ਪੂਰੀ ਹੋ ਜਾਊਗੀ। ਦੱਸਣ ਵਾਲੇ ਨੇ ਦੱਸਿਆ ਤੇ ਜਦ ਸਵੇਰੇ ਉੱਠ ਕੇ TV ਵੇਖਿਆ ਤੇ ਉਹ 'ਚ ਖਬਰ ਆ ਰਹੀ ਸੀ ਵੀ ਬਾਬਾ ਜੀ
ਤੁਰ ਗਏ, ਚੜ੍ਹਾਈ ਕਰ ਗਏ 24 ਦਸੰਬਰ ਜਿੱਦਣ ਚੜ੍ਹਾਈ ਕਰਨਾ ਸੀਗਾ। ਤੇ ਇਸ ਲਈ ਜਿਹੜਾ ਮਹਾਂਪੁਰਖਾਂ ਦਾ ਸਾਥ ਹੁੰਦਾ ਹੈ ਇਹ ਜਿਉਂਦਿਆਂ ਮਰਿਆਂ ਦਾ ਇੱਕੋ ਜਿਹਾ ਹੀ ਹੁੰਦਾ। ਸੋ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਉਹ ਹਮੇਸ਼ਾ ਜਿਉਂਦੇ ਨੇ। ਤੇ ਜੋ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੋਗੀ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ, ਤੇ ਪੂਰੀ ਕਰਨਗੇ ਸੰਤ ਜਿਹਨੂੰ ਤੁਸੀਂ ਮੰਨਦੇ। ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਧਾਰੇ। ਕਰ ਕਿਰਪਾ ਗੁਰ ਦੀਨੋ ਦਾਨ, ਆਪਣੀ ਕਿਰਪਾ ਮਿਹਰ ਕਰਕੇ ਗੁਰਾਂ ਨੇ ਜਿਸਨੂੰ ਨਾਮ ਦਾ ਦਾਨ ਦੇਣਾ ਕੀਤਾ ਹੈ। ਨਾਨਕ ਪਾਇਆ ਨਾਮ ਨਿਦਾਨ, ਮਹਾਰਾਜ ਕਥਨ ਕਰਦੇ ਕਿ ਉਸਨੇ ਹੀ ਨਾਮ ਦਾ ਖਜ਼ਾਨਾ ਪਾਇਆ ਹੈ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੇ। ਕਰ ਕਿਰਪਾ ਗੁਰ ਦੀਨੋ ਦਾਨ,